ਤੁਹਾਡੇ ਨਾਲ ਅਸੀਂ ਜੁੜ ਗਏ ਜੀ। ਮੈਂ ਹਰਜੀਤ ਸਿੰਘ ਗਿੱਲ ਟੋਰਾਂਟੋ ਤੋਂ ਤੇ ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੁੜ ਗਏ ਨੇ। ਹੁਣ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਭਾਰਤ ਤੇ ਪੰਜਾਬ ਦੀਆਂ ਕੁਝ ਖਬਰਾਂ ਦੇ ਉੱਤੇ। ਸਭ ਤੋਂ ਪਹਿਲਾਂ ਸੁਸ਼ੀਲ ਦਰਾਂ ਦਾ ਕਰ ਲਈਏ ਸਵਾਗਤ। ਦਸਾਂਝ ਸਾਹਿਬ ਜੀ ਆਇਆਂ ਨੂੰ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ ਜੀ। ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਅੱਜ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੀ ਸੰਸਦ ਦੀ ਕਾਰਵਾਈ ਆ ਉਹਨੂੰ ਲਗਾਤਾਰ ਜਿਹੜਾ ਉਹ ਨਹੀਂ ਚੱਲਣ ਦਿੱਤਾ ਜਾ ਰਿਹਾ ਔਰ ਦੇਖ ਰਹੇ ਅਸੀਂ ਵੀ ਕੋਈ ਵੀ ਕੰਮ ਜਿਹੜਾ ਉੱਥੇ ਨਹੀਂ ਹੋ ਸਕਿਆ। ਹਾਲਾਂਕਿ ਕਿਸਾਨ ਮਾਮਲਾ ਭਾਵੇਂ ਬਾਰ-ਬਾਰ ਉਠਾਉਣ ਦੀ ਕੋਸ਼ਿਸ਼ ਕੀਤੀ ਆ, ਉੱਤੇ ਕੋਈ ਡਿਸਕਸ਼ਨ ਨਹੀਂ ਹੋਈ ਤੇ ਇਸੇ ਤਰ੍ਹਾਂ ਹੀ ਜਿਹੜਾ ਜਸੂਸੀ ਵਾਲਾ ਮਸਲਾ ਆ ਉਹਦੇ 'ਤੇ ਵੀ ਸਰਕਾਰ ਜਿਹੜੀ ਆ ਕੋਈ ਲੜ ਪੱਲਾ ਜਿਹੜਾ ਉਹ ਨਹੀਂ ਅਜੇ ਤੱਕ ਫੜਾ ਰਹੀ ਤੇ ਲਗਾਤਾਰ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਆ ਪਾਰਲੀਮੈਂਟ ਦੇ ਮੈਂਬਰਸ ਵੱਲੋਂ ਵੀ। ਦੂਜੇ ਪਾਸੇ ਕਿਸਾਨ ਸੰਸਦ ਜਿਹੜੀ ਆ ਉਹ ਸਫਲਤਾਪੂਰਵਕ ਚੱਲ ਰਹੀ ਆ। ਇਹਦੇ ਖਬਰ ਦੇ ਉੱਤੇ ਆਪਾਂ ਗੱਲ ਕਰ ਲਈਏ ਤੇ ਫਿਰ ਆਪਾਂ ਦੂਜੀਆਂ ਖਬਰਾਂ ਨਾਲ ਵੱਧਦੇ ਹਾਂ ਜੀ 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 ਹਰਜੀਤ ਗਿੱਲ ਜੀ, ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਥੋੜਾ ਜਿਹਾ ਤਕਨੀਕੀ ਤੌਰ ਤੇ ਥੋੜੀ ਜਿਹਾ ਟਰਬਲਸ ਹੈਗੀਆਂ, ਉਹਦੇ ਲਈ ਮਾਫੀ ਮੰਗਦੇ ਹਾਂ। ਅੱਧੀ ਰਾਤ ਤੋਂ ਬਲੈਕ ਆਊਟ ਹੈ ਸਾਡੇ ਇੱਥੇ, ਨਹੀਂ ਹੈਗੀ, ਲਾਈਟ ਨਹੀਂ ਹੈ ਤੇ ਕਿਸੇ ਵੇਲੇ ਵੀ ਲਾਈਟ ਜਿਹੜੀ ਥੋੜੀ ਬਹੁਤ ਇਨਵਰਟਰ ਤੇ ਚੱਲਦੀ ਹੈ ਉਹਦੇ ਨਾਲ ਕੰਮ ਚੱਲ ਰਿਹਾ ਤੇ ਉਹ ਧੋਖਾ ਦੇ ਸਕਦੀ ਹੈ। ਤੁਹਾਨੂੰ ਰਿਫਲੈਕਟ ਵੀ ਹੁੰਦਾ ਦਿਖਾਈ ਦੇ ਰਿਹਾ ਹੋਏਗਾ ਸਕਰੀਨ ਦੇ ਉੱਤੇ ਬਾਰ-ਬਾਰ ਥੋੜਾ, ਸੋ ਇਹਦੇ ਲਈ ਮਾਫੀ ਹੈ। ਤੇ ਜਿੱਥੋਂ ਤੱਕ ਪਾਰਲੀਮੈਂਟ ਦਾ ਮਾਮਲਾ ਹੈ ਤੇ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਹੈ ਉਹ ਭਾਵੇਂ ਇਸ ਵਾਰ ਜਿਹੜੀ ਕਿਸਾਨਾਂ ਨੇ ਪਬਲਿਕ ਵਿਪ ਜਾਰੀ ਕੀਤੀ ਉਹਦਾ ਇੱਕ ਨਤੀਜਾ ਤੇ ਚੰਗਾ ਨਿਕਲਿਆ ਵੀ ਐਤਕਾਂ ਉਸ ਕਿਸਮ ਨਾਲ ਵਾਕਆਊਟ ਜਾਂ ਬਾਈਕਾਟ ਤਾਂ ਨਹੀਂ ਕੀਤਾ ਵਿਰੋਧੀ ਧਿਰਾਂ ਨੇ ਤੇ ਮਸਲੇ ਤੇ ਰੌਲਾ ਵੀ ਪਾਇਆ, ਚਾਹੇ ਤਿੰਨ ਖੇਤੀ ਕਾਨੂੰਨ ਨੇ ਜਾਂ ਪੈਗਾਸਸ ਜਾਸੂਸੀ ਕਾਂਡ ਹੈ ਜਾਂ ਮਹਿੰਗਾਈ ਦਾ ਇਸ਼ੂ ਹੈ, ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦਾ ਮਾਮਲਾ ਹੈ ਜਾਂ ਕੋਵਿਡ ਦੇ ਵਿੱਚ ਜਿਹੜੀਆਂ ਵੱਧ ਇੰਤਜ਼ਾਮੀਆਂ ਰਹੀਆਂ ਸਰਕਾਰ ਦੀਆਂ। ਪਰ ਰੌਲਾ ਰੱਪਾ ਪਾਉਣ ਦੇ ਬਾਵਜੂਦ ਵੀ ਸਰਕਾਰ ਜਿਹੜੀ ਹੈ ਉਹ ਸੁਣਨ ਨੂੰ ਤਿਆਰ ਨਹੀਂ, ਸਰਕਾਰ ਬਹਿਸ ਲਈ ਤਿਆਰ ਨਹੀਂ ਤੇ ਇਹ ਮਾਹੌਲ ਜਿਹੜਾ ਆ ਭਾਵੇਂ ਉੱਤੋਂ ਸਰਕਾਰ ਕਹੀ ਜਾਂਦੀ ਹੈ ਵੀ ਦੇਖੋ ਜੀ ਪਾਰਲੀਮੈਂਟ ਚੱਲਣ ਨਹੀਂ ਦੇ ਰਹੀ ਵਿਰੋਧੀ ਧਿਰ, ਪਰ ਇਹ ਮਾਹੌਲ ਸਰਕਾਰ ਨੂੰ ਸੂਟ ਕਰਦਾ ਆ। ਸਰਕਾਰ ਇਸ ਰੌਲੇ ਰੱਪੇ ਦੇ ਵਿੱਚ ਹੀ ਚੁੱਪ ਚਪੀਤੇ ਜਿਹੜੇ ਬਿੱਲ ਲੈ ਕੇ ਆਈ ਆ ਉਹਨਾਂ ਨੂੰ ਇੱਕ ਇੱਕ ਕਰਕੇ ਪੇਸ਼ ਕਰੀ ਜਾ ਰਹੀ ਹੈ ਤੇ ਪਾਸ ਕਰੀ ਜਾ ਰਹੀ ਹੈ। ਪਰ ਜਿਸ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਦਿਨ ਪਹਿਲਾਂ ਕਿਹਾ, ਮਤਲਬ 2-4 ਦਿਨ ਪਹਿਲਾਂ ਦੀ ਗੱਲ ਹੈ ਕਿ ਜਿਹੜੇ ਆਪਣੀ ਪਾਰਲੀਮੈਂਟਰੀ ਪਾਰਟੀ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਵੀ ਤੁਸੀਂ 2-2 ਮੈਂਬਰਾਂ ਦੀ ਟੀਮ ਬਣਾ ਕੇ ਆਪੋ ਆਪਣੇ ਹਲਕੇ 'ਚ ਭੇਜੋ ਤੇ ਲੋਕਾਂ ਨੂੰ ਦੱਸੋ ਵੀ ਅਸੀਂ ਕੀ ਕੀਤਾ ਹੈ ਤੇ ਅਸੀਂ ਕੀ ਹੋਰ ਕਰਨਾ ਚਾਹੁੰਦੇ ਹਾਂ ਤੇ ਵਿਰੋਧੀ ਧਿਰ ਪਾਰਲੀਮੈਂਟ ਚੱਲਣ ਨਹੀਂ ਦੇ ਰਹੀ। ਕੱਲ ਹੀ ਨਰਿੰਦਰ ਮੋਦੀ ਹੋਰਾਂ ਨੇ ਫੇਰ ਇੱਕ ਗੱਲ ਕਹੀ, ਇੱਕ ਪਾਸੇ ਜਿੱਥੇ ਰਾਹੁਲ ਗਾਂਧੀ ਬ੍ਰੇਕਫਾਸਟ ਦੇ ਉੱਤੇ 14 ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਸਨ, ਮੀਟਿੰਗ ਕਰ ਰਹੇ ਸਨ, ਦੂਜੇ ਪਾਸੇ ਪੈਰਲਰ ਸਰਕਾਰ ਬੈਠੀ ਸੀ ਆਪਣੀ ਮੀਟਿੰਗ ਲਾ ਕੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ NDA ਦੇ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਮੀਟਿੰਗ ਲੈ ਰਹੇ ਸੀ। ਉਹਦੇ 'ਚ ਇਹ ਗੱਲ ਕਹੀ ਨਰਿੰਦਰ ਮੋਦੀ ਹੋਰਾਂ ਨੇ ਵੀ ਪਾਰਲੀਮੈਂਟ ਨਾ ਚੱਲਣ ਦੇਣਾ ਭਾਰਤੀ ਜਮਹੂਰੀਅਤ ਦਾ ਅਪਮਾਨ ਹੈ। ਗੱਲ ਇਹ ਬਿਲਕੁਲ ਸਹੀ ਹੈ, ਪਰ ਮੈਂ ਥੋੜਾ ਇਹਦੇ ਤੋਂ ਅੱਗੇ ਜਾਣਾ। ਮੈਂ ਕਹਿੰਦਾ ਕਿ ਪਾਰਲੀਮੈਂਟ ਨਾ ਚੱਲਣ ਦੇਣਾ ਭਾਰਤੀ ਜਮਹੂਰੀਅਤ ਦੇ ਨਾਲ ਨਾਲ ਭਾਰਤ ਦੇ ਹਰ ਉਸ ਆਮ ਬੰਦੇ ਦਾ ਅਪਮਾਨ ਹੈ ਜਿਹਨੇ ਵੋਟ ਪਾ ਕੇ ਸਰਕਾਰ ਨੂੰ ਹਕੂਮਤ ਵਿੱਚ ਲਿਆਂਦਾ ਹੈ ਤੇ ਇਸ ਅਪਮਾਨ ਲਈ ਜ਼ਿੰਮੇਵਾਰ ਜੇ ਕੋਈ ਹੈ ਤਾਂ ਸਿੱਧੇ ਤੌਰ ਦੇ ਉੱਤੇ ਉਹੀ ਸਰਕਾਰ ਹੈ ਜਿਸ ਸਰਕਾਰ ਦੇ ਮੁਖੀ ਕਹਿ ਰਹੇ ਹੈ ਵੀ ਪਾਰਲੀਮੈਂਟ ਨਾ ਚੱਲਣ ਦੇਣਾ ਭਾਰਤੀ ਜਮਹੂਰੀਅਤ ਦਾ ਅਪਮਾਨ ਹੈ। ਤਾਂ ਸਿੱਧੇ ਤੌਰ ਦੇ ਉੱਤੇ ਜਿਹੜਾ ਇਹ ਅਪਮਾਨ ਹੈ ਭਾਰਤੀ ਜਮਹੂਰੀਅਤ ਦਾ ਅਪਮਾਨ ਹੈ, ਭਾਰਤ ਦੇ ਹਰ ਉਸ ਆਮ ਵੋਟਰ ਦਾ ਅਪਮਾਨ ਹੈ ਜਿਹਨੇ ਇਸ ਸਰਕਾਰ ਨੂੰ ਹਕੂਮਤ ਬਖਸ਼ੀ। ਸੋ ਸਿੱਧੇ ਤੌਰ ਤੇ ਜ਼ਿੰਮੇਵਾਰ ਉਹੀ ਹੈ। ਇਹ ਨਹੀਂ ਕਿ ਵਿਰੋਧੀ ਧਿਰ ਪੂਰੀ ਤਰ੍ਹਾਂ ਜਿਹੜੀ ਹੈ ਦੁੱਧ ਧੋਤੀ ਹੈ। ਵਿਰੋਧੀ ਧਿਰ ਦੇ ਆਪੋ ਆਪਣੇ ਇੰਟਰਸਟ ਵੀ ਹੁੰਦੇ ਆ, ਉਹਨਾਂ ਨੇ ਸਮੇਂ ਦੇ ਮੁਤਾਬਕ ਆਪਣੇ ਆਪਣੇ ਢੰਗ ਦੇ ਨਾਲ ਮਸਲਿਆਂ ਨੂੰ ਚੁੱਕਣਾ ਹੁੰਦਾ, ਕਿਸੇ ਮਸਲੇ ਦੇ ਉੱਤੇ ਬਹਿਸ ਦਾ ਮਾਹੌਲ ਬਣਾਉਣਾ ਹੁੰਦਾ, ਕਿਸੇ ਮਸਲੇ ਦੇ ਉੱਤੇ ਸਿਰਫ ਰੌਲਾ ਪਾਉਣਾ ਹੁੰਦਾ।
ਵਿਰੋਧੀ ਧਿਰ ਦੇ ਵੀ ਆਪਣੇ ਇੰਟਰਸਟ ਹੁੰਦੇ ਆ। ਇਹ ਨਹੀਂ ਕਿ ਵਿਰੋਧੀ ਧਿਰ ਜਿਹੜੀ ਆ ਜਿੰਨੇ ਵੀ ਮੁੱਦੇ ਨਾ ਮੁੱਦਿਆਂ ਤੇ ਬੜੀ ਸਾਫ਼ ਨੀਅਤ ਦੇ ਨਾਲ ਕੋਈ ਗੱਲ ਰੱਖ ਰਹੀ ਹੈ, ਉਹਨਾਂ ਦੇ ਆਪਣੇ ਇੰਟਰਸਟ ਹੈ। ਪਰ ਸਮਾਂ ਜਿਸ ਕਿਸਮ ਦਾ ਆ, ਉਹਦੇ 'ਚ ਸਭ ਤੋਂ ਪਹਿਲੀ ਜ਼ਿੰਮੇਵਾਰੀ ਜਿਹੜੀ ਹੈ, ਜਦੋਂ ਇਸ ਤਰ੍ਹਾਂ ਦਾ ਇੰਪੋਰਟੈਂਟ ਸੈਸ਼ਨ ਕਾਲ ਹੋਇਆ ਹੋਵੇ ਪਾਰਲੀਮੈਂਟ ਦਾ, ਜਿਹਦੇ 'ਚ ਇਸ ਤਰ੍ਹਾਂ ਦੇ ਬਹੁਤ ਮਹੱਤਵਪੂਰਨ ਮੁੱਦੇ ਹੋਣ ਜਿਹੜੇ ਸਿੱਧੇ ਤੌਰ ਤੇ ਭਾਰਤ ਦੇ ਆਮ ਵਿਅਕਤੀ ਨਾਲ ਜੁੜੇ ਹੋਣ, ਉਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਣਾ ਤੇ ਉਸ ਮਾਹੌਲ ਲਈ ਫਿਰ ਜ਼ਿੰਮੇਵਾਰ ਲਾਜ਼ਮੀ ਤੌਰ ਦੇ ਉੱਤੇ ਉਹੀ ਧਿਰ ਹੁੰਦੀ ਹੈ ਜਿਸ ਧਿਰ ਦੀ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ ਪਾਰਲੀਮੈਂਟ ਨੂੰ ਚਲਾਉਣ ਦੀ, ਤੇ ਉਹ ਸਰਕਾਰ ਦੀ ਹੈ। ਸੋ ਇਸ ਕਰਕੇ ਪਾਰਲੀਮੈਂਟ ਦੇ ਅੰਦਰ ਤੇ ਦੂਜੇ ਬੰਨੇ ਪਾਰਲੀਮੈਂਟ ਦੇ ਬਾਹਰ ਜਿਹੜੀ ਕਿਸਾਨ ਪਾਰਲੀਮੈਂਟ ਲੱਗੀ ਹੈ, ਹਰ ਥਾਂ ਦੇ ਉੱਤੇ ਸਰਕਾਰ ਨੂੰ ਇੱਕ ਵਿਰੋਧ ਦਾ ਸਾਹਮਣਾ ਤਾਂ ਕਰਨਾ ਪੈਂਦਾ, ਪਰ ਪਾਰਲੀਮੈਂਟ ਦੇ ਬਾਹਰ ਜ਼ਿਆਦਾ ਮੁਸ਼ਕਲ ਦੇ ਵਿੱਚ ਹੈ ਸਰਕਾਰ। ਪਾਰਲੀਮੈਂਟ ਦੇ ਅੰਦਰ ਇਸ ਤਰ੍ਹਾਂ ਦਾ ਡਰਾਮਾ ਜਿਹੜਾ ਹੁਣ ਚੱਲ ਰਿਹਾ, ਇਹ ਅਕਸਰ ਹੀ ਚੱਲਦਾ ਰਿਹਾ ਤੇ ਹੁਣ ਵੀ ਚੱਲ ਰਿਹਾ। ਇਹ ਸਰਕਾਰ ਨੂੰ ਜਿਹੜਾ ਆ ਸੂਤ ਬਹਿੰਦਾ ਆ। ਪਾਰਲੀਮੈਂਟ ਦੇ ਬਾਹਰ ਸਰਕਾਰ ਦੀ ਦਿੱਕਤ ਥੋੜੀ ਜ਼ਿਆਦਾ ਹੈ, ਜਿੱਥੇ ਕਿਸਾਨ ਪਾਰਲੀਮੈਂਟ ਵੀ ਲੱਗੀ ਹੈ ਤੇ ਦੇਸ਼ ਭਰ ਦੇ ਵਿੱਚ ਕਿਤੇ ਨਾ ਕਿਤੋਂ ਏਦਾਂ ਦੀਆਂ ਖਬਰਾਂ ਆਉਂਦੀਆਂ ਹੈ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਤੇ ਵੱਖ-ਵੱਖ ਸੂਬਿਆਂ ਦੀਆਂ ਖਾਸ ਤੌਰ ਤੇ ਉਹ ਸਰਕਾਰਾਂ ਜਿਹਨਾਂ ਸਰਕਾਰਾਂ ਨੂੰ ਲੀਡ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ, ਉਹਨਾਂ ਦੇ ਖਿਲਾਫ ਇੱਕ ਗੁੱਸਾ ਹੈ, ਇੱਕ ਰੋਸ ਹੈ। ਉੱਥੇ ਦੇਸ਼ ਪੱਧਰ ਦੇ ਉੱਤੇ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ ਇੱਕ ਵੱਡਾ ਚੈਲੰਜ ਜਿਹੜਾ ਸਰਕਾਰ ਦੇ ਸਾਹਮਣੇ ਖੜਾ ਹੈ, ਤੇ ਸਰਕਾਰ ਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਇਸ ਦੇ ਵਿੱਚੋਂ ਹੁਣ ਨਿਕਲਣਾ ਕਿੱਦਾਂ ਹੈ। ਉਹਦੇ ਯਤਨ ਕਦੇ ਉਹ ਪ੍ਰੈਕਟਿਸ ਦੇ ਵਿੱਚ ਗੱਲਬਾਤ ਦੇ ਬਹਾਨੇ ਨਾਲ ਕਰਦੀ ਹੈ ਸਰਕਾਰ, ਤੇ ਕਦੇ ਗੱਲਬਾਤ ਤੋੜ ਕੇ ਕਿਸਾਨਾਂ ਨੂੰ ਜਾਂ ਲੜਨ ਵਾਲੇ ਲੋਕਾਂ ਨੂੰ ਡਰਾ ਕੇ, ਧਮਕਾ ਕੇ ਜਾਂ ਉਹਨਾਂ ਦੇ ਵਿਰੁੱਧ ਕੋਈ ਨਾ ਕੋਈ ਸਾਜ਼ਿਸ਼ ਰਚ ਕੇ ਕਰਦੀ ਹੈ ਸਰਕਾਰ। ਜੀ ਦਸਾਂਝ ਸਾਹਿਬ, ਦੂਜੀ ਖਬਰ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਕੇਂਦਰ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਚੰਡੀਗੜ੍ਹ ਦਾ ਪ੍ਰਸ਼ਾਸਕ ਲਾਇਆ ਜਾਏਗਾ। ਪਹਿਲਾਂ ਜਿਹੜੇ ਗਵਰਨਰ ਹੋਇਆ ਕਰਦੇ ਸੀ ਉਹੀ ਪ੍ਰਸ਼ਾਸਕ ਹੋਇਆ ਕਰਦੇ ਸੀਗੇ, ਤੇ ਜਦੋਂ ਚੰਡੀਗੜ੍ਹ ਦਾ ਰੱਟਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਤੇ ਉਹਦੇ ਵਿੱਚ ਫੈਸਲਾ 60-40 ਦੀ ਰੇਸ਼ੋ ਵਾਲਾ ਰੱਖਿਆ ਗਿਆ ਸੀਗਾ। ਕਈ ਕਾਰਨ ਬਣੇ, ਪੰਜਾਬ ਦੇ ਲੀਡਰਸ਼ਿਪ ਨੇ ਹੌਲੀ ਹੌਲੀ ਜਿਹੜੇ ਆ ਉਹ ਚੰਡੀਗੜ੍ਹ ਤੋਂ ਆਪਣਾ ਅਧਿਕਾਰ ਜਿਹੜਾ ਆ ਉਹ ਛੱਡਣਾ ਸ਼ੁਰੂ ਕਰ ਦਿੱਤਾ, ਆਪਣੇ ਦਫ਼ਤਰ ਮੋਹਾਲੀ ਸ਼ਿਫਟ ਕਰ ਲਏ, ਨਵਾਂ ਚੰਡੀਗੜ੍ਹ ਵਸਾਉਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਤੇ ਹੁਣ ਚੰਡੀਗੜ੍ਹ ਦੇ ਲੋਕ ਵੀ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਚੰਡੀਗੜ੍ਹ ਚੱਲ ਜੇ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਆ ਪੰਜਾਬ ਵਾਲਿਆਂ ਦੇ ਹੱਥ ਆਵੇ, ਕਿਉਂਕਿ ਉਹ ਸਮਝਦੇ ਨੇ ਕਿ ਯੂਟੀ 'ਚ ਰਹਿ ਕੇ ਸਾਨੂੰ ਕੁਝ ਜਿਹੜੀਆਂ ਵਿਸ਼ੇਸ਼ ਸਹੂਲਤਾਂ ਨੇ। ਪਰ ਜਿਵੇਂ ਆਪਾਂ ਲੰਬੇ ਸਮੇਂ ਤੋਂ ਇਹ ਡਿਮਾਂਡ ਪੰਜਾਬੀ ਕਰਦੇ ਨੇ ਕਿ ਪੰਜਾਬ ਦੀ ਧਰਤੀ ਉਜਾੜ ਕੇ ਹੀ ਚੰਡੀਗੜ੍ਹ ਬਣਿਆ, ਤੇ ਉੱਦਾਂ ਤੇ ਸਾਰਾ ਪੰਜਾਬ ਹੀ ਇੱਕ ਸੀਗਾ ਤੇ ਹੁਣ ਹੱਕ ਵੀ ਪੰਜਾਬ ਦਾ ਹੀ ਬਣਦਾ ਹੈ। ਤੇ ਇਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਵੱਖਰਾ ਪ੍ਰਸ਼ਾਸਕ ਲਾਉਣ ਦੀ ਜ਼ਰੂਰਤ ਇਹਨਾਂ ਨੂੰ ਕਿਉਂ ਪਈ, ਤੇ ਇਹਦਾ ਵਿਰੋਧ ਕੀਤਾ ਜਾ ਰਿਹਾ ਕੁਝ ਪਾਰਟੀਆਂ ਵੱਲੋਂ। ਸੁਖਬੀਰ ਬਾਦਲ ਦਾ ਬੜਾ ਬਿਆਨ ਆਇਆ ਅੱਜ ਜੀ ਕਿ ਅਸੀਂ ਬਿਲਕੁਲ ਰੱਦ ਕਰਦੇ ਹਾਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਪੰਜਾਬੀ ਮੂਲ ਦਾ ਕੋਈ ਪ੍ਰਸ਼ਾਸਕ ਲਾਉਣਾ ਤੇ ਲਾ ਦਿਓ। ਦੇਖੋ ਗੱਲ ਆ ਕਿ ਠੀਕ ਹੈ ਗੱਲ ਤੁਹਾਡੀ ਕਿ 28 ਪਿੰਡ ਜਿਹੜੇ ਆ ਚੰਡੀਗੜ੍ਹ ਨੂੰ ਜਦੋਂ ਵਸਾਇਆ ਗਿਆ ਤੇ ਪੰਜਾਬ ਦੇ 28 ਪਿੰਡ ਜਿਹੜੇ ਆ, ਤੇ ਬਾਰ-ਬਾਰ ਇਹ ਗੱਲ ਉੱਠਦੀ ਵੀ ਰਹਿੰਦੀ ਹੈ ਚੰਡੀਗੜ੍ਹ ਨੂੰ ਲੈ ਕੇ ਵੀ ਚੰਡੀਗੜ੍ਹ ਦੇ ਉੱਤੇ ਜਿਹੜਾ ਹੱਕ ਜਿਹੜਾ ਪੰਜਾਬ ਦਾ ਹੈ, ਤੇ ਜਿਸ ਢੰਗ ਦੇ ਨਾਲ ਦੋਵਾਂ ਸੂਬਿਆਂ ਦੀ ਰਾਜਧਾਨੀ ਬਣਾਇਆ ਗਿਆ, ਹਰਿਆਣਾ ਤੇ ਪੰਜਾਬ ਦੀ, ਤੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ, ਉਹ ਇੱਕ ਸੈਟਲਮੈਂਟ ਕੀਤੀ ਗਈ ਸੀ ਕੁਝ ਸਮੇਂ ਵਾਸਤੇ, ਪਰ ਉਹਦੇ ਬਾਵਜੂਦ ਇਹਨੂੰ ਜਿਹੜਾ ਕੰਟੀਨਿਊ ਕੀਤਾ ਗਿਆ ਤੇ ਹੌਲੀ ਹੌਲੀ 60-40 ਦੀ ਰੇਸ਼ੋ ਵੀ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ, ਲਗਭਗ ਖਤਮ ਕਰ ਦਿੱਤੀ ਗਈ। ਤੇ ਚੰਡੀਗੜ੍ਹ ਦੀ ਜਿਹੜੀ ਸਰਕਾਰੀ ਭਾਸ਼ਾ ਆ ਉਹ ਵੀ ਪੰਜਾਬੀ ਦੀ ਰੱਖੀ ਗਈ, ਨਾ ਪੰਜਾਬੀ ਰੱਖੀ ਗਈ ਨਾ ਹਿੰਦੀ ਰੱਖੀ ਗਈ, ਸਗੋਂ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਲਾ ਦਿੱਤੀ ਗਈ। ਇਹਦੇ ਤੇ ਵੀ ਤਿੱਖਾ ਵਿਰੋਧ ਹੁੰਦਾ ਰਿਹਾ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਆਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਵੇਂ ਵੀਸੀ ਨੇ ਜਿਹੜੀ ਨਵੀਂ ਅਥਾਰਟੀ ਬਣਾਈ ਹੈ ਉਹਨੇ ਇੱਕ ਹਾਈ ਪਾਵਰ ਅਥਾਰਟੀ, ਉਹਨੇ ਸਿਫਾਰਸ਼ਾਂ ਕਰਤੀਆਂ ਵੀ ਜਿਹੜੇ 180 ਦੇ ਕਰੀਬ ਕਾਲਜਿਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਪੰਜਾਬ ਦੇ ਕਾਲਜਿਸ ਅਫੀਲੀਏਟਡ, ਉਹਨਾਂ ਨੂੰ ਡਿਸਅਫੀਲੀਏਟ ਕਰ ਦਿੱਤਾ ਜਾਏ।
ਤੇ ਇਹਦਾ ਮਤਲਬ ਸੀ ਕਿ ਜਿਹੜਾ ਇੱਕੋ ਇੱਕ ਦਾਅਵਾ ਪੰਜਾਬ ਦਾ ਚੰਡੀਗੜ੍ਹ ਤੇ ਰਹਿ ਗਿਆ ਸੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰੂਪ ਦੇ ਵਿੱਚ, ਉਹ ਦਾਅਵਾ ਵੀ ਖਤਮ ਕਰ ਦਿੱਤਾ ਜਾਏ। ਉਹਦਾ ਵੀ ਵਿਰੋਧ ਹੋਇਆ, ਵਿਰੋਧ ਹਾਲੇ ਚੱਲ ਰਿਹਾ ਹੈ। ਪਰ ਕਿਉਂਕਿ ਸਾਰੀਆਂ ਸੰਵਿਧਾਨਕ ਸੰਸਥਾਵਾਂ ਜਾਂ ਅਦਾਰਿਆਂ ਦੇ ਵਿੱਚ, ਯੂਨੀਵਰਸਿਟੀਆਂ ਚ, ਅਕਾਦਮੀਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ RSS ਦੇ ਚਿੰਤਕ ਜਿਹੜੇ ਆ ਬਿਠਾ ਦਿੱਤੇ ਗਏ ਆ, ਤੇ ਉਸੇ ਢੰਗ ਨਾਲ ਯੂਨੀਵਰਸਿਟੀਆਂ, ਅਕਾਦਮੀਆਂ ਨੂੰ ਚਲਾਇਆ ਜਾ ਰਿਹਾ, ਤੇ ਪੰਜਾਬ ਵਰਗੇ ਸੂਬੇ ਦੇ ਵਿੱਚ ਵੀ ਇਹੀ ਖੇਡ ਖੇਡੀ ਜਾ ਰਹੀ ਹੈ। ਤੇ ਚੰਡੀਗੜ੍ਹ ਚ ਸਪੈਸ਼ਲੀ ਵੀ ਚੰਡੀਗੜ੍ਹ ਤੇ ਜਿਹੜਾ ਪੰਜਾਬ ਦਾ ਦਾਅਵਾ ਹੈ ਉਹਨੂੰ ਪੂਰੀ ਤਰ੍ਹਾਂ ਕਿਵੇਂ ਖਾਰਜ ਕੀਤਾ ਜਾ ਸਕਦਾ, ਸਟੈਪ ਬਾਈ ਸਟੈਪ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ। ਉਹਦੀ ਅਗਲੀ ਐਕਸਟੈਂਸ਼ਨ ਮੈਨੂੰ ਲੱਗਦਾ ਹੈ ਕਿ ਚੰਡੀਗੜ੍ਹ ਦਾ ਵੱਖਰਾ ਪ੍ਰਸ਼ਾਸਕ ਲਾਉਣ ਦੀ ਹੈ, ਐਡਮਿਨਿਸਟ੍ਰੇਟਰ ਲਾਉਣ ਦੀ ਹੈ, ਤੇ ਇਹਦੇ ਪਿੱਛੇ ਸ਼ਾਇਦ ਇਹੀ ਰਾਜ ਛੁਪਿਆ ਹੋ ਸਕਦਾ ਹੈ। ਵਿਰੋਧੀ ਪਾਰਟੀਆਂ ਨੇ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਸ਼੍ਰੋਮਣੀ ਅਕਾਲੀ ਦਲ ਨੇ ਇਹਦਾ ਵਿਰੋਧ ਕੀਤਾ, ਬਾਕੀ ਪਾਰਟੀਆਂ ਵੀ ਵਿਰੋਧ ਕਰ ਰਹੀਆਂ। ਬੁੱਧੀਜੀਵੀ ਤਬਕੇ ਵੱਲੋਂ ਵੀ ਹਾਲੇ ਇਹਦੀ ਪ੍ਰਤੀਕਿਰਿਆ ਉਸ ਰੂਪ ਦੇ ਵਿੱਚ ਸਾਡੇ ਸਾਹਮਣੇ ਨਹੀਂ ਹੈ। ਅੱਜ ਮੈਨੂੰ ਕਿਉਂਕਿ ਖਬਰ ਰਾਤੀ ਫਲੈਸ਼ ਹੋਈ ਹੈ, ਤੇ ਅੱਜ ਇਹਦੇ ਰਿਐਕਸ਼ਨ ਜਿਹੜੇ, ਪ੍ਰਤੀਕਰਮ ਜਿਹੜੇ ਆ ਉਹ ਬਹੁਤੇ ਆਉਣਗੇ ਇਹਦੇ ਤੇ। ਫਿਰ ਇਹਦੀ ਅੰਦਰਲੀ ਜਿਹੜੀ ਹੋਰ ਜਿਹੜੀ ਸਾਜ਼ਿਸ਼ ਦਾ ਕੀ ਹਿੱਸਾ ਹੋ ਸਕਦਾ ਹੈ, ਉਹ ਸਾਰੀ ਅੰਦਰਲੀ ਗੱਲ ਜਿਹੜੀ ਹੈ ਸਾਹਮਣੇ ਆਉਣ ਵਾਲੀ ਹੈ। ਓਵਰਆਲ ਚੰਡੀਗੜ੍ਹ ਨੂੰ ਹੌਲੀ ਹੌਲੀ, ਇਹ ਗੱਲ ਤੁਹਾਡੀ ਵੀ ਠੀਕ ਹੈ ਕਿ ਚੰਡੀਗੜ੍ਹ ਦੇ ਲੋਕ ਵੀ ਹੁਣ ਨਹੀਂ ਚਾਹੁੰਦੇ ਕਿ ਚੰਡੀਗੜ੍ਹ ਜਿਹੜਾ ਹਰਿਆਣੇ ਨੂੰ ਦਿੱਤਾ ਜਾਏ ਜਾਂ ਪੰਜਾਬ ਨੂੰ ਦਿੱਤਾ ਜਾਏ। ਮੰਗ ਤਾਂ ਬਹੁਤੀ ਪੰਜਾਬ ਦੀ ਹੈ ਤੇ ਬੜੀ ਜਾਇਜ਼ ਮੰਗ ਹੈ, ਪਰ ਚੰਡੀਗੜ੍ਹ ਦੇ ਲੋਕ ਇਹ ਚਾਹੁੰਦੇ ਆ ਕਿ ਚੰਡੀਗੜ੍ਹ ਹੁਣ ਏਦਾਂ ਹੀ ਰਵੇ, ਸਟੇਟਸ ਕੋ ਰਵੇ। ਇਹਦੇ ਭਾਵੇਂ ਜੇ ਰਾਜਧਾਨੀ ਵੀ ਰਹਿਣਾ ਪੰਜਾਬ ਤੇ ਚੰਡੀਗੜ੍ਹ ਦੀ ਰਵੇ, ਪਰ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਰਵੇ, ਕਿਉਂਕਿ ਜਿਹੜੀਆਂ ਕੁਝ ਖਾਸ ਸਹੂਲਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਕਰਕੇ ਚੰਡੀਗੜ੍ਹੀਆਂ ਨੂੰ ਹੈਗੀਆਂ, ਉਹ ਕਿਸੇ ਇੱਕ ਸੂਬੇ ਨਾਲ ਜਾ ਕੇ ਸ਼ਾਇਦ ਨਹੀਂ ਹੋ ਸਕਣੀਆਂ। ਏਦਾਂ ਦੀ ਭਾਵਨਾ ਚੰਡੀਗੜ੍ਹ ਦੇ ਆਮ ਲੋਕਾਂ ਦੇ ਵਿੱਚ ਹੈ। ਪਰ ਫਿਰ ਵੀ ਇੱਕ ਹਿਸਟੋਰੀਕਲ ਜਿਹੜਾ ਸਾਡੇ ਨਾਲ ਇੱਕ ਵਰਤਾਰਾ ਵਾਪਰਿਆ ਹੈ, ਉਹਦੇ ਚ ਜਿੰਨਾ ਪੀੜਤ ਧਿਰ ਜਿਹੜੀ ਪੰਜਾਬ ਹੈ ਇਸ ਮਾਮਲੇ ਦੇ ਵਿੱਚ, ਉਹਦੇ ਅਫਜ਼ਾਨੇ ਦੇ ਤੌਰ ਦੇ ਉੱਤੇ ਕੁਝ ਵੀ ਪੰਜਾਬੀਆਂ ਦੇ ਪੱਲੇ ਨਹੀਂ ਹੈ। ਸੋ ਹੁਣ ਇੱਕ ਨਵਾਂ ਸ਼ਾਇਦ ਇੱਕ ਟੂਲ ਯੂਜ਼ ਕੀਤਾ ਗਿਆ ਕਿ ਪੰਜਾਬ ਤੇ ਹਰਿਆਣੇ ਦੇ ਗਵਰਨਰ ਦਾ ਜਿਹੜਾ ਪ੍ਰਸ਼ਾਸਕ ਹੋਣਾ ਹੁੰਦਾ ਸੀ ਚੰਡੀਗੜ੍ਹ ਦਾ, ਉਹਨੂੰ ਵੀ ਸਾਈਡ ਤੇ ਕਰ ਦਿੱਤਾ ਜਾਏ ਤੇ ਚੰਡੀਗੜ੍ਹ ਨੂੰ ਬਿਲਕੁਲ ਵੱਖਰਾ ਪ੍ਰਸ਼ਾਸਕ ਦਿੱਤਾ ਜਾਏ। ਤੇ ਫਿਰ ਜਿਵੇਂ ਇੱਕ ਹੱਕ ਦੇ ਨਾਲ ਪੰਜਾਬ ਦੀ ਸਰਕਾਰ ਦੇ ਲੋਕ ਜਾਂ ਪੰਜਾਬ ਦੇ ਲੋਕ ਜਾ ਕੇ ਮਿਲ ਲੈਂਦੇ ਸੀ ਪ੍ਰਸ਼ਾਸਕ ਨੂੰ, ਉਹ ਹੱਕ ਵੀ ਸ਼ਾਇਦ ਪੰਜਾਬੀਆਂ ਤੋਂ ਖੋਣ ਦੀ ਇਖਤਿਆਰੀ ਹੈ। ਜੀ ਦਸਾਂਝ ਸਾਹਿਬ, ਅਗਲੀ ਖਬਰ ਜਿਹੜੀ ਆ ਉੱਤੇ ਤੁਹਾਡਾ ਮੈਂ ਕਮੈਂਟ ਲੈਣਾ ਚਾਹਾਂਗਾ। ਉਹ ਇਹ ਆ ਕਿ ਹੈ ਤਾਂ ਬੜੀ ਘਾਸੋ ਹੋਣੀ ਖਬਰ, ਕਈ ਵਾਰ ਲੱਗਦਾ ਕਿ ਖਬਰ ਕਰਨੀ ਜ਼ਰੂਰੀ ਵੀ ਨਹੀਂ। ਆਪਣੇ ਰਵਨੀਤ ਬਿੱਟੂ ਤੇ ਹਰਸਿਮਰਤ ਬਾਦਲ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ। ਪਾਰਲੀਮੈਂਟ ਦੇ ਬਾਹਰ ਉਹ ਆਪਸ 'ਚ ਇੱਕ ਦੂਜੇ ਨਾਲ ਮਿਹਣੋ ਮਿਹਣੀ ਹੋ ਰਿਹਾ, ਯਾਨੀ ਕਿ ਲੜ ਰਹੇ ਆ, ਬਾਹਾਂ ਕੱਢ ਕੱਢ ਕੇ ਲੜ ਰਹੇ ਆ, ਜਿੱਦਾਂ ਪਿੰਡ ਦੇ ਵਿੱਚ ਕੋਈ ਮਹੱਲੇ ਦੀ ਲੜਾਈ ਹੋਵੇ। ਮਤਲਬ ਇੱਥੋਂ ਪਤਾ ਲੱਗਦਾ ਕਿ ਸਾਡੇ ਜਿਹੜੇ MP ਸਾਹਿਬ ਨੇ ਜਾਂ ਸਾਡੇ ਸਾਬਕਾ ਮਿਨਿਸਟਰ ਰਹੀ ਆ ਬੀਬੀ, ਇਹਨਾਂ ਦਾ ਕਿਰਦਾਰ ਕਿਹੋ ਜਿਹਾ, ਇਹਨਾਂ ਦਾ ਵਿਹਾਰ ਕਿਹੋ ਜਿਹਾ, ਔਰ ਇਹਨਾਂ ਦਾ ਅਖਲਾਕ ਕਿਹੋ ਜਿਹਾ ਕਿ ਇਹ ਜਿਨ੍ਹਾਂ ਵੱਲ ਲੋਕ ਵੇਖਦੇ ਨੇ, ਇੱਕ ਮਾਡਲ ਵੀ ਹੋਇਆ ਕਰਦੇ ਨੇ ਲੋਕਾਂ ਵਾਸਤੇ। ਤੇ ਅਸੀਂ ਸਮਝਦੇ ਹਾਂ ਕਿ ਇਹ ਸ਼ਾਇਦ ਕੁਝ ਵੱਖਰੀ ਕਿਸਮ ਦੇ ਲੋਕ ਨੇ, ਪਰ ਇਹ ਤਾਂ ਕਈ ਵਾਰ ਜਦੋਂ ਇਸ ਤਰ੍ਹਾਂ ਦੇ ਮਿਹਣੋ ਮਿਹਣੀ ਹੁੰਦੇ ਨੇ ਸਿਆਸੀ ਲੋਕ ਤੇ ਇਸ ਤਰ੍ਹਾਂ ਦੀ ਲੜਾਈ ਲੜਦੇ ਨੇ, ਤੇ ਉਹ ਲੱਗਦਾ ਹੈ ਕਿ ਉਹ ਮਹੱਲੇ ਦੀਆਂ ਔਰਤਾਂ ਵੀ ਇਸ ਤਰ੍ਹਾਂ ਦੀ ਲੜਾਈ ਇਸ ਪੱਧਰ ਤੇ ਆ ਕੇ ਨਹੀਂ ਲੜਦੀਆਂ। ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਤੁਸੀਂ ਇਹਦੇ 'ਚ ਇਹ ਦੇਖੋ ਵੀ ਉਹ ਕੀ ਹੋਇਆ ਉੱਥੇ, ਕੀ ਨਹੀਂ ਹੋਇਆ, ਕਿਹਨੇ ਕੀ ਕਿਹਾ, ਉਹ ਤਾਂ ਸਾਰੀ ਵੀਡੀਓ ਜਿਹੜੀ ਹੈ ਨਾ ਜੀ, ਸ਼ਾਇਦ ਸਭ ਤੋਂ ਜ਼ਿਆਦਾ ਟ੍ਰੈਂਡ ਜਿਹੜੀ ਪੰਜਾਬੀਆਂ ਦੇ ਵਿੱਚ ਇਹੀ ਵੀਡੀਓ ਕਰ ਰਹੀ ਹੈ ਪਿਛਲੇ ਲਗਭਗ 24 ਘੰਟੇ ਤੋਂ। ਤੇ ਇਹਦੇ 'ਚ ਇੱਕ ਗੱਲ ਦੇਖਣ ਵਾਲੀ ਹੈ ਕਿ ਅੱਧਾ ਕੁ ਦਿਨ ਜਦੋਂ ਇਹ ਘਟਨਾ ਨਹੀਂ ਸੀ ਵਾਪਰੀ ਪਾਰਲੀਮੈਂਟ ਦੇ ਬਾਹਰ, ਉਸ ਤੋਂ ਪਹਿਲਾਂ ਤੱਕ ਟ੍ਰੈਂਡ ਕਰ ਰਿਹਾ ਸੀ, ਜਿਹੜਾ ਜ਼ਿਆਦਾ ਚਰਚਾ ਹੋ ਰਹੀ ਸੀ, ਚੈਨਲਸ ਦੇ ਵਿੱਚ ਜ਼ਿਆਦਾ ਚਰਚਾ ਹੋ ਰਹੀ ਸੀ, ਜਾਂ ਮੀਡੀਆ ਦੇ ਕੁਝ ਹਲਕਿਆਂ ਦੇ ਵਿੱਚ ਜ਼ਿਆਦਾ ਚਰਚਾ ਹੋ ਰਹੀ ਸੀ, ਜਾਂ ਆਮ ਲੋਕਾਂ 'ਚ ਚਰਚਾ ਹੋ ਰਹੀ ਸੀ। ਉਹ ਚਰਚਾ ਹੋ ਰਹੀ ਸੀ ਕਿ ਵੀ ਦੇਖੋ ਜੀ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕਮਾਲ ਕਰਤੀ। ਜੇ ਅਰਵਿੰਦ ਕੇਜਰੀਵਾਲ 300 ਯੂਨਿਟ ਫ੍ਰੀ ਦੇ ਰਹੇ ਸੀ ਲੋਕਾਂ ਨੂੰ, ਤੇ ਇਹਨਾਂ ਨੇ ਤਾਂ 400 ਯੂਨਿਟ ਕਰਤੇ। ਬਾਕੀ ਵੀ ਜਿਹੜੇ 13 ਨੁਕਤੇ ਜੇ ਰੱਖੇ ਉਹਨਾਂ ਨੇ, ਸੁਖਬੀਰ ਬਾਦਲ ਹੋਰਾਂ ਨੇ, ਵੀ ਕਿਵੇਂ ਕਿਵੇਂ ਪੰਜਾਬੀਆਂ ਨੂੰ ਜੇ ਸਾਡੀ ਸਰਕਾਰ ਬਣਾਓਗੇ ਤਾਂ ਕਿਹੜੇ ਕਿਹੜੇ ਮੁਫਤ ਦੇ ਵਿੱਚ ਲਾਭ ਮਿਲਣਗੇ। 400 ਯੂਨਿਟ ਹਰ ਘਰ ਨੂੰ ਬਿਜਲੀ ਮੁਫਤ ਹੋਏਗੀ,
ਜੇ 600 ਯੂਨਿਟ ਤੁਹਾਡਾ ਬਿੱਲ ਆਉਂਦਾ ਹੈ ਤੇ 200 ਯੂਨਿਟ ਦੇ ਪੈਸੇ ਦੇਣੇ ਪੈਣੇ ਆ, 400 ਦੇ ਨਹੀਂ ਦੇਣੇ ਪੈਣੇ। ਜਾਂ ਜੀ 1 ਲੱਖ ਸਰਕਾਰੀ ਨੌਕਰੀਆਂ ਦੇ ਦੇਣੀਆਂ ਤੇ 10 ਲੱਖ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀਆਂ ਦੇ ਦੇਣੀਆਂ, ਜਾਂ ਸਟੂਡੈਂਟਸ ਕਾਰਡ ਦੇ ਉੱਤੇ 10 ਲੱਖ ਦਾ ਪੜ੍ਹਾਈ ਵਾਸਤੇ ਕਰਜ਼ਾ ਦੇ ਦੇਣਾ। ਏਦਾਂ ਦੀਆਂ ਗੱਲਾਂ ਜਿਹੜੀਆਂ 13 ਕੀਤੀਆਂ ਸੀ ਸੁਖਬੀਰ ਬਾਦਲ ਨੇ। ਤੇ ਜਦੋਂ ਰਵਨੀਤ ਬਿੱਟੂ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ, ਜਿਹੜਾ ਝਗੜਾ ਤੁਸੀਂ ਦੇਖਿਆ ਸਾਰਿਆਂ ਨੇ, ਉਸ ਤੋਂ ਪਹਿਲਾਂ ਤੱਕ ਸੁਖਬੀਰ ਬਾਦਲ ਦੀ ਬੱਲੇ ਬੱਲੇ ਸੀ ਪੂਰੀ, ਵੀ ਕਮਾਲ ਕਰਤੀ ਸੁਖਬੀਰ ਬਾਦਲ ਨੇ। ਦੇਖੋ ਕਿੰਨੀਆਂ ਮੁਫਤ ਸਹੂਲਤਾਂ ਦੇਣਗੇ ਜੇ ਇਹ ਆ ਗਏ ਤਾਂ। ਪਰ ਰਵਨੀਤ ਬਿੱਟੂ ਦੇ ਅਚਾਨਕ ਹੀ ਪਾਰਲੀਮੈਂਟ 'ਚ ਜਾਂਦਿਆਂ ਰਸਤੇ ਦੇ ਵਿੱਚ ਪਲੇ ਕਾਰਡ ਖੜੇ ਲੈ ਦੇਖ ਕੇ ਜਿਹੜਾ ਹਰਸਿਮਰਤ ਕੌਰ ਬਾਦਲ ਦੇ ਨਾਲ ਝਗੜਨ ਦੀ ਜਿਹੜੀ ਤਸਵੀਰ ਆ ਗਈ, ਵੀਡੀਓਜ਼ ਆ ਗਈਆਂ, ਤੇ ਜਿਹਦੇ 'ਚ ਉਹਨਾਂ ਨੇ ਸਿੱਧਾ ਸਵਾਲ ਕੀਤਾ, ਮੀਡੀਆ ਬਹੁਤ ਸਾਰਾ ਸੀਗਾ ਉੱਥੇ, ਵੀ ਤੁਸੀਂ ਕੈਬਨਿਟ 'ਚ ਬੈਠੇ ਸੀ ਜਾਂ ਨਹੀਂ ਬੈਠੇ ਸੀ। ਹਰਸਿਮਰਤ ਹੋਰਾਂ ਨੂੰ ਪੁੱਛਿਆ ਵੀ ਜਦੋਂ ਇਹ ਬਿੱਲ ਪਾਸ ਕੀਤੇ ਗਏ ਹੁਣ ਤੁਸੀਂ ਡਰਾਮਾ ਕਿਉਂ ਕਰਦੇ ਆ, ਤੁਸੀਂ ਨਰਿੰਦਰ ਮੋਦੀ ਤੇ ਨਰਿੰਦਰ ਤੋਮਰ ਦੇ ਨਾਲ ਬੈਠੇ ਸੀ ਜਦੋਂ ਕੈਬਨਿਟ ਦੇ ਵਿੱਚ ਫੈਸਲਾ ਹੋਇਆ ਕਿ ਇਹ ਕਾਨੂੰਨ ਬਣਾਉਣੇ ਆ, ਉਦੋਂ ਤੁਸੀਂ ਮਨਜ਼ੂਰੀ ਦੇ ਕੇ ਆਏ ਆ, ਹੁਣ ਇੱਥੇ ਤੁਸੀਂ ਡਰਾਮਾ ਕਰ ਰਹੇ ਆ। ਜਾਣੀ ਵੋਕਲ ਤਾਂ ਪਹਿਲੇ ਬਹੁਤ ਹੈ ਰਵਨੀਤ ਬਿੱਟੂ, ਪਰ ਕੱਲ ਜਿਹੜਾ ਇਹ ਸਾਰਾ ਕੁਝ ਵਾਪਰਿਆ ਉਹਦੇ 'ਚ ਅਗਰੈਸਿਵ ਬਹੁਤ ਸੀ ਰਵਨੀਤ ਬਿੱਟੂ। ਤੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੋਈ ਜਵਾਬ ਨਹੀਂ ਸੀ ਆ ਰਿਹਾ ਤੇ ਉਹ ਫਿਰ ਹੌਲੀ ਹੌਲੀ ਨਾਅਰੇਬਾਜ਼ੀ ਤੱਕ ਹੀ ਸੀਮਿਤ ਹੋ ਗਏ ਸੀਗੇ। ਮੇਰੇ ਦੱਸਣ ਦਾ ਭਾਵ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਇੱਕ ਡ੍ਰੀਮ, ਜਿਹੜਾ ਇੱਕ ਉਹਨਾਂ ਨੇ ਪ੍ਰੋਜੈਕਟ ਜਿਹਾ ਪੇਸ਼ ਕੀਤਾ ਸੀ ਆਪਣੇ ਤੌਰ ਦੇ ਉੱਤੇ, ਵੀ ਦੇਖੋ ਪੰਜਾਬ ਲਈ ਜੇ ਤੁਸੀਂ ਸਾਨੂੰ ਸਰਕਾਰ 'ਚ ਵਾਪਸ ਲਿਆਓਗੇ ਤਾਂ ਆਹ ਕੁਝ ਅਸੀਂ ਕਰਾਂਗੇ, ਉਹ ਅੱਧਾ ਕੁ ਦਿਨ ਜਿਹੜਾ ਚਰਚਾ ਦਾ ਵਿਸ਼ਾ ਰਿਹਾ ਤੇ ਮੁੜ ਕੇ ਚਰਚਾ ਰਵਨੀਤ ਬਿੱਟੂ ਤੇ ਹਰਸਿਮਰਤ ਬਾਦਲ ਦੇ ਝਗੜੇ ਦੀ ਰਹੀ। ਸੋ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਟਾਈਮਿੰਗ ਹੀ ਸੈੱਟ ਕੀਤੀ ਸੀ ਰਵਨੀਤ ਬਿੱਟੂ ਹੋਰਾਂ ਨੇ ਕਿਸੇ ਪਲਾਨ ਦੇ ਤਹਿਤ, ਵੀ ਹਾਂ ਉੱਥੇ ਉਹ ਖੜੇ ਹੁੰਦੇ ਆ ਲੈ ਕੇ ਉਹ ਬੈਨਰ ਵੀ 3 ਖੇਤੀ ਕਾਨੂੰਨ ਰੱਦ ਕਰੋ, ਤੇ ਉੱਥੇ ਜਾਂਦੇ ਹੀ ਇਸ ਤਰ੍ਹਾਂ ਦਾ ਅਟੈਕ ਕਰਨਾ ਆ ਤੇ ਫਿਰ ਉਹ ਜਿਹੜਾ ਟ੍ਰੈਂਡ ਕਰੇਗਾ ਸਾਰੇ ਪੰਜਾਬੀਆਂ ਦੇ ਵਿੱਚ, ਦੇਸ਼ ਦੇ ਵਿੱਚ। ਤੇ ਸੁਖਬੀਰ ਬਾਦਲ ਦਾ ਜਿਹੜਾ ਕੋਈ ਡ੍ਰੀਮ ਪ੍ਰੋਜੈਕਟ ਉਹ ਲੈ ਕੇ ਆ ਰਹੇ ਆ, ਮਤਲਬ ਪੰਜਾਬ ਵਾਸਤੇ ਭਵਿੱਖ ਦਾ ਨਕਸ਼ਾ ਤਿਆਰ ਕਰਕੇ ਜਿਹੜਾ ਉਹਨਾਂ ਨੇ ਦਾਅਵਾ ਕੀਤਾ ਉਹ ਫਿਊਜ਼ ਹੋ ਜਾਏਗਾ। ਤੇ ਏਦਾਂ ਹੀ ਹੋਇਆ। ਉਂਝ ਇਹ ਦੋਨੋਂ ਜਿਹੜੇ ਪੋਲੀਟੀਸ਼ੀਅਨ ਨੇ, ਸੰਸਦ ਮੈਂਬਰ ਨੇ ਸਤਿਕਾਰਯੋਗ ਸਾਡੇ, ਬੀਬੀ ਹਰਸਿਮਰਤ ਕੌਰ ਬਾਦਲ ਤੇ ਰਵਨੀਤ ਬਿੱਟੂ, ਇਹਨਾਂ ਤੋਂ ਕੋਈ ਸੀਰੀਅਸ ਪੋਲਿਟਿਕਸ ਦੀ ਤਵੱਕੂ ਤਾਂ ਕਦੀ ਵੀ ਨਹੀਂ ਕੀਤੀ ਜਾਂਦੀ। ਸੀਰੀਅਸ ਪੋਲਿਟਿਕਸ ਤੇ ਮੇਰੇ ਖਿਆਲ ਸੁਖਬੀਰ ਬਾਦਲ ਨਾਲ ਦੀ ਵੀ ਨਹੀਂ। ਉਹਨਾਂ ਦੇ ਜਿਹੜੇ ਨੁਕਤੇ 13-14 ਤੁਸੀਂ ਗਿਣਾ ਰਹੇ ਹੋ ਜਾਂ ਜਿਹੜੀਆਂ ਸਹੂਲਤਾਂ ਦੀ ਗੱਲ ਕਰ ਰਹੇ ਹੋ, ਉੱਤੇ ਲੋਕ ਕਿਸ ਤਰ੍ਹਾਂ ਟਰਸਟ ਕਰ ਸਕਦੇ ਆ? ਉਸ ਵਿਅਕਤੀ ਤੇ ਜਿਹਨੇ ਸਾਰੀ ਉਮਰ ਮਾਰੀਆਂ ਹੀ ਗੱਪਾਂ ਨੇ, ਉਹਨਾਂ ਦਾ ਨਾਂ ਹੀ ਲੋਕਾਂ ਨੇ ਇਹੋ ਜਿਹੇ ਰੱਖ ਛੱਡੇ ਆ। ਤੇ ਜੇ ਉਹ ਟ੍ਰੈਂਡ ਕਿਤੇ ਹੋਇਆ ਵੀ ਹੋਣਾ ਤੇ ਉਹ ਮਜ਼ਾਕ ਦੇ ਲਹਿਜੇ 'ਚ ਹੋਇਆ ਹੋਣਾ। ਪੰਜਾਬੀਆਂ ਨੂੰ ਉਮੀਦ ਥੋੜੀ ਕੋਈ ਬੱਜੀ ਹੋਣੀ ਆ, ਕੋਈ ਡ੍ਰੀਮ ਥੋੜਾ ਪੰਜਾਬੀਆਂ ਦਾ ਕਿ ਸੁਖਬੀਰ ਬਾਦਲ ਆਵੇ ਤੇ ਸਾਨੂੰ 400 ਯੂਨਿਟ ਬਿਜਲੀ ਫ੍ਰੀ ਦੇਵੇ, ਜਾਂ ਕੋਈ ਕੇਜਰੀਵਾਲ ਆ ਕੇ ਸਾਨੂੰ ਬਿਜਲੀ ਫ੍ਰੀ ਦੇਵੇ। ਹੁਣ ਤੇ ਲੋਕ ਇਹ ਸੋਚਣ ਲਈ ਮਜਬੂਰ ਨੇ ਕਿ ਜਿਹੜੇ ਮੁਫਤ ਵਾਲੇ ਲਾਰੇ ਲਾ ਰਹੇ ਲੋਕ ਨੇ, ਇਹਨਾਂ ਤੋਂ ਬਚਣਾ ਕਿੱਦਾਂ ਹੈ? ਇਹਨਾਂ ਲੋਕਾਂ ਨੂੰ ਅਸੀਂ ਜਵਾਬ ਕਿੱਦਾਂ ਦੇਣਾ ਜਦੋਂ ਇਹ ਕੋਲ ਸਾਡੇ ਪਿੰਡਾਂ 'ਚ ਆਉਣਗੇ ਵੋਟਾਂ ਮੰਗਣ ਲਈ? ਉਦੋਂ ਇਹਨਾਂ ਨਾਲ ਅਸੀਂ ਕਿਸ ਤਰ੍ਹਾਂ ਸਿੱਝਣਾ ਹੈ? ਲੋਕ ਤੇ ਸ਼ਾਇਦ ਇਸ ਲੈਵਲ ਤੇ ਸੋਚ ਰਹੇ ਆ। ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ, ਪਰ ਕਈ ਵਾਰੀ ਇਹ ਹੁੰਦਾ ਹੈ ਕਿ ਲੋਕ ਜਿਹੜੇ ਸੋਚਦੇ ਨੇ, ਜਿਹਨਾਂ ਦਾ ਤੁਸੀਂ ਜ਼ਿਕਰ ਕਰਦੇ ਹੋ, ਉਹਨਾਂ ਦੀ ਗਿਣਤੀ ਜਾਂ ਤਾਦਾਦ ਜਿਹੜੀ ਹੈ ਉਸ ਪੱਧਰ ਦੀ ਨਹੀਂ ਹੁੰਦੀ ਜਿਹੜੀ ਜ਼ਰੂਰਤ ਹੈ ਅੱਜ ਦੀ ਤਰੀਕ ਦੇ ਵਿੱਚ। ਬਹੁਤੇ ਜਿਹੜੇ ਜੀ ਹਜ਼ੂਰੀਏ ਹੁੰਦੇ ਆ, ਵੱਖ-ਵੱਖ ਪਾਰਟੀਆਂ ਦੇ ਨਾਲ ਜੁੜੇ ਹੋਏ ਚੌਧਰੀ ਟਾਈਪ ਬੰਦੇ ਜਿਹੜੇ ਆ, ਉਹ ਫਿਰ ਏਦਾਂ ਦੇ ਬੰਦੇ ਵਾਸਤੇ ਜਾਂ ਏਦਾਂ ਦੀਆਂ ਪੋਲੀਟੀਕਲ ਪਾਰਟੀ ਦੇ ਲੋਕਾਂ ਵਾਸਤੇ ਆਪਾਂ ਆਪਣੇ ਇਲਾਕੇ 'ਚ ਰਸਤੇ ਤਿਆਰ ਕਰਦੇ ਆ। ਸੋ ਮੈਂ ਤਾਂ ਕੱਲ ਹੈਰਾਨ ਸੀ ਵੀ ਇੱਕ ਪੱਤਰਕਾਰ ਵੀ ਮੇਰੇ ਨਾਲ ਕੱਲ ਗੱਲ ਕਰ ਰਿਹਾ ਸੀ ਜਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਸੀ ਵੀ ਸੁਖਬੀਰ ਬਾਦਲ ਨੇ 13 ਨੁਕਤੇ ਰੱਖੇ ਆ ਜੀ, ਤੇ ਉਹਦੇ 'ਚ ਏਦਾਂ ਦੀਆਂ ਗੱਲਾਂ ਕੀਤੀਆਂ। ਤੇ ਸਪੈਸ਼ਲੀ 400 ਯੂਨਿਟ ਜਿਹੜੀ ਬਿਜਲੀ ਮੁਫਤ ਦੇਣ ਦੀ ਗੱਲ ਸੀ, ਉਹਦੇ ਤੋਂ ਇੱਕ ਪੱਤਰਕਾਰ, ਸੀਨੀਅਰ ਪੱਤਰਕਾਰ ਹੀ ਬੜਾ ਖੁਸ਼ ਸੀ ਵੀ ਇਹ ਤਾਂ ਕਮਾਲ ਕਰਤੀ ਸੁਖਬੀਰ ਬਾਦਲ ਨੇ ਨਾ, ਹੁਣ ਇਹਨੇ ਬਾਜ਼ੀ ਮਾਰ ਕੇ ਲੈ ਜਾਣੀ। ਮਤਲਬ ਜੇ ਇੱਕ ਸਿਆਣਾ ਪੱਤਰਕਾਰ ਜਿਹਨੂੰ ਅਸੀਂ ਸਮਝਦੇ ਹਾਂ ਉਹ ਵੀ ਏਦਾਂ ਦੀਆਂ ਗੱਲਾਂ ਕਰਦਾ ਹੈ, ਤੇ ਫਿਰ ਇਹ ਚਲੰਤ ਕਿਸਮ ਦੀ ਸਿਆਸਤ ਦੇ ਵਿੱਚ ਜਿਹੜਾ ਸਧਾਰਨ ਬੰਦਾ ਹੈ ਕਿਉਂ ਨਹੀਂ ਉਹ ਭਰਮ 'ਚ ਆਏਗਾ, ਕਿਉਂ ਨਹੀਂ ਪਛੜਾਵੇ 'ਚ ਆਏਗਾ? ਇਹ ਅਸਲ ਦੇ ਵਿੱਚ ਹੁਣ ਸਾਡੀ ਹੋਣੀ ਬਣ ਚੁੱਕੀ ਹੈ। ਲੋਕ ਨਿੱਕੀਆਂ ਨਿੱਕੀਆਂ ਗਰਜ਼ਾਂ ਨਾਲ ਜੁੜੇ ਹੋਏ ਨੇ, ਉਹਨਾਂ ਦੀ ਮਾਨਸਿਕਤਾ ਇਸ ਕਿਸਮ ਦੀ ਬਣਾ ਦਿੱਤੀ ਗਈ। ਤੇ ਫਿਰ ਤੁਸੀਂ ਕਹਿ ਦਿੰਦੇ ਹੋ ਵੀ ਤੂੰ ਤਾਂ ਕਦੀ ਕਹਿਣਾ ਹੀ ਨਹੀਂ ਲੋਕਾਂ ਨੂੰ ਗਲਤ। ਮੈਂ ਇਸ ਕਰਕੇ ਨਹੀਂ ਲੋਕਾਂ ਨੂੰ ਗਲਤ ਕਹਿੰਦਾ ਕਿਉਂਕਿ ਲੋਕਾਂ ਨੂੰ ਲਿਆਂਦਾ ਹੀ ਇੱਥੇ ਤੱਕ ਗਿਆ, ਗਿਆਨ ਦੇ ਲਾਗੇ ਲੱਗਣ ਨਹੀਂ ਦਿੱਤਾ ਲੋਕਾਂ ਨੂੰ। ਕਿਉਂਕਿ ਇਹ ਸਾਰੀ ਜਿਹੜੀ ਇਸ ਵੇਲੇ ਸਾਰਾ ਕੁਝ, ਚਾਹੇ ਅਰਵਿੰਦ ਕੇਜਰੀਵਾਲ ਹੈ, ਕੈਪਟਨ ਅਮਰਿੰਦਰ ਹੈ, ਚਾਹੇ ਸੁਖਬੀਰ ਬਾਦਲ ਹੈ, ਜਾਂ ਦੇਸ਼ ਦੇ ਵਿੱਚ ਨਰਿੰਦਰ ਮੋਦੀ ਹੈ,
ਜਾਂ ਵਿਰੋਧੀ ਪਾਰਟੀਆਂ ਜਿਹੜੀਆਂ ਹੈ ਇਹਨਾਂ ਸਾਰਿਆਂ ਨੇ ਮਾਹੌਲ ਹੀ ਕੁਝ ਇਸ ਕਿਸਮ ਦਾ ਬਣਾ ਦਿੱਤਾ ਹੈ ਕਿ ਅਗਿਆਨਤਾ ਹੀ ਅਗਿਆਨਤਾ ਹੈ। ਅਸੀਂ ਘੋਰ ਅਗਿਆਨਤਾ ਦੇ ਦੌਰ 'ਚ ਜੀਵ ਰਹੇ ਹਾਂ। ਗਿਆਨ ਇਹ ਸਾਡੇ ਲਾਗੇ ਆਉਣ ਨਹੀਂ ਦੇਣਾ ਚਾਹੁੰਦੇ, ਕਿਉਂਕਿ ਗਿਆਨ ਸਵਾਲ ਪੈਦਾ ਕਰਦਾ ਹੈ। ਸਵਾਲ ਜੇ ਪੈਦਾ ਹੋਏ ਹੁੰਦੇ ਜਿਸ ਲੈਵਲ ਤੇ ਪੈਦਾ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ, ਤਾਂ ਅੱਜ ਫਿਰ ਕੈਪਟਨ ਅਮਰਿੰਦਰ ਰਾਜ ਨਾ ਕਰਦੇ ਹੁੰਦੇ। ਨਾ ਹੀ ਲੋਕ ਏਦਾਂ ਦੀਆਂ ਗੱਲਾਂ ਕਰਦੇ ਵੀ ਕੈਪਟਨ ਅਮਰਿੰਦਰ ਨੇ ਤਾਂ ਹੁਣ ਕੱਖ ਨਹੀਂ ਕੀਤਾ ਤੇ ਹੁਣ ਦੁਬਾਰਾ ਕਿਤੇ ਅਕਾਲੀ ਨਾ ਆ ਜਾਣ, ਕਿਉਂਕਿ ਬਦਲੇ ਕੋਈ ਨਹੀਂ, ਕਿਉਂਕਿ ਸਵਾਲ ਕਰਨ ਜੋਗੀ ਜਿਹੜੀ ਆ ਅਕਲ ਜਾਂ ਗਿਆਨ ਜਿਹੜਾ ਸਾਨੂੰ ਹਾਸਲ ਹੀ ਨਹੀਂ ਕਰਨ ਦਿੱਤਾ ਗਿਆ। ਇਹੀ ਉਹਨਾਂ ਦੀ ਸਫਲਤਾ ਦਾ ਰਾਜ ਹੈ। ਇਸੇ ਕਰਕੇ ਇਸ ਤਰ੍ਹਾਂ ਦੀ ਮੁਫਤ ਦੀ ਜਿਹੜੀ ਰਾਜਨੀਤੀ ਖੇਡੀ ਜਾਂਦੀ ਹੈ। ਜੀ ਦਸਾਂਝ ਸਾਹਿਬ, ਦੂਜੇ ਪਾਸੇ ਜੇ ਸਾਰੇ ਰਾਜਨੀਤਿਕ ਦਲਾਂ ਦਾ ਹਾਲ ਤਾਂ ਇੱਕੋ ਜਿਹਾ ਹੀ ਆ, ਪਰ ਨਵਾਂ ਪ੍ਰਧਾਨ ਬਣਨ ਤੋਂ ਬਾਅਦ ਜਿਹੜੀਆਂ ਗੱਲਾਂ ਬਾਤਾਂ ਅਜੇ ਲਗਾਤਾਰ ਕਰੀ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ, ਉਹ ਮੈਨੂੰ ਲੱਗਦਾ ਕਿ ਕਾਫੀ ਵੱਧ ਚੜ੍ਹ ਕੇ ਗੱਲਾਂ ਕਰ ਰਹੇ ਨੇ। ਜਿੱਦਾਂ ਖੇਤੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਕਹਿੰਦੇ ਨੇ ਕਿ ਸਾਨੂੰ ਕੋਈ ਅਮੈਂਡਮੈਂਟ ਮਨਜ਼ੂਰ ਨਹੀਂ ਆ, ਯਾਨੀ ਕਿ ਉਹੀ ਗੱਲਾਂ ਕਰ ਰਹੇ ਨੇ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਨੇ, ਜੋ ਗੱਲਾਂ ਕਰ ਰਹੇ ਨੇ ਬਿਲਕੁਲ ਉਹਨਾਂ ਦੇ ਪੈਰ 'ਚ ਪੈਰ ਪਾ ਕੇ, ਯਾਨੀ ਕਿ ਉਹੀ ਗੱਲ ਉਹ ਕਰਦੇ ਨੇ। ਨਾਲ ਦੀ ਨਾਲ ਇਹ ਵੀ ਕਹਿੰਦੇ ਨੇ ਕਿ ਜਿਹੜੀ ਆ ਫੈਡਰਲ ਢਾਂਚਾ ਆ, ਜਿਹੜੀਆਂ ਸਟੇਟਾਂ ਦੇ ਹੱਕਾਂ ਦੇ ਉੱਤੇ ਡਾਕਾ ਪਿਆ, ਦੂਹਰਾ ਡਾਕਾ ਆ ਸਾਡੇ ਉੱਤੇ, ਅਤੇ ਅਸੀਂ ਹਰ ਹਾਲਤ 'ਚ ਇਹ ਕਾਨੂੰਨ ਪੰਜਾਬ 'ਚ ਲਾਗੂ ਨਹੀਂ ਹੋਣ ਦੇਣੇ ਤੇ ਪੰਜਾਬ ਦੀ ਅਸੈਂਬਲੀ 'ਚ ਬਿੱਲ ਲਿਆ ਕੇ ਇਹਨਾਂ ਨੂੰ ਮੂਲੋਂ ਰੱਦ ਕਰਨਾ, ਕਿਸੇ ਤਰ੍ਹਾਂ ਦੀ ਅਮੈਂਡਮੈਂਟ ਨਹੀਂ ਕਰਨੀ। ਤੇ ਲੋਕੀ ਤਾਂ ਉੱਥੇ ਵੀ ਖੁਸ਼ ਹੋ ਜਾਂਦੇ ਆ ਵੀ ਸ਼ਾਇਦ ਕਾਂਗਰਸ ਹੀ ਹੁਣ ਇਹ ਕੰਮ ਕਰ ਦੂਗੀ ਤੇ ਸਾਡਾ ਬਚਾਅ ਹੋ ਜਾਏਗਾ। ਯਾਨੀ ਕਿ ਇੱਕ ਪਾਸੇ ਲਾਲਚ ਦੇਣ ਦੀ ਰਾਜਨੀਤੀ ਆ, ਦੂਜੇ ਪਾਸੇ ਰਾਜਨੀਤੀ ਉਹ ਜਿਹੜੀ ਕਿਸਾਨਾਂ ਨੇ ਉਭਾਰੀ ਆ ਉਹਨੂੰ ਵਰਤ ਕੇ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਬਿਊਰੋਕਰੇਟ ਨੇ, ਸਾਬਕਾ ਅਫਸਰਸ਼ਾਹ ਜਿਹੜੇ ਨੇ, ਜਾਂ ਜਿਹੜੇ ਜਿਨ੍ਹਾਂ ਨੂੰ ਸੋ ਕਾਲਡ ਅਸੀਂ ਇੰਟਲੈਕਚੁਅਲ ਕਹਿੰਦੇ ਆ, ਉਹ ਵੀ ਕਿਤੇ ਨਾ ਕਿਤੇ ਇਸੇ ਤਾਕ 'ਚ ਬੈਠੇ ਆ ਕਿ ਸ਼ਾਇਦ ਸਾਨੂੰ ਵੀ ਸੱਤਾ 'ਚ ਭਾਈਵਾਲੀ ਮਿਲ ਜੇ ਜੇ ਅਸੀਂ ਕਿਸਾਨਾਂ ਦੀ ਗੱਲ ਕਰਕੇ ਕੋਈ ਆਪਣਾ ਪੈਤੜਾ ਬਣਾਈਏ ਤੇ ਸਾਡੀ ਗੱਲ ਵੀ ਸ਼ਾਇਦ ਕਿਤੇ ਬਣ ਜੇ, ਥੋੜ੍ਹਾ ਬਹੁਤ ਸਾਡੇ ਵੀ ਝੋਲੀ 'ਚ ਕੁਝ ਪੈ ਜੇ। ਇਸੇ ਤਰ੍ਹਾਂ ਹੀ ਹੁਣ ਪੂਰੀ ਦੀ ਪੂਰੀ ਕਿਸਾਨ ਅੰਦੋਲਨ ਦੀ ਗੱਲ ਜੇ ਸਿੱਧੂ ਹੀ ਕਰੀ ਜਾ ਰਿਹਾ ਹੈ ਤੇ ਪਾਵਰ 'ਚ ਵੀ ਉਹੀ ਸਰਕਾਰ ਹੈ, ਤੇ ਫਿਰ ਕੀ ਮਤਲਬ, ਫਿਰ ਰਹਿ ਕੀ ਗਿਆ ਪਿੱਛੇ? ਗੱਲ ਕਿਹਦੀ ਕਰੀਏ? ਇਹ ਅਜੀਬ ਤਮਾਸ਼ਾ ਹੈ। ਦੇਖੋ, ਇਹਦੇ 'ਚ ਕਿਸੇ ਕਿਸਮ ਦਾ ਭਰਮ ਜਾਂ ਭੁਲੇਖਾ ਨਹੀਂ ਰਹਿਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਬਾਰੇ, ਤੇ ਵੀ ਕੀ ਉਹ ਕੋਈ ਬਹੁਤ ਇਨਕਲਾਬੀ ਕਿਸਮ ਦੀ ਤਬਦੀਲੀ ਲਿਆਉਣ ਦੇ ਕਾਬਲ ਨੇ। ਉਹ ਉਸ ਪਾਰਟੀ ਦਾ ਹਿੱਸਾ ਰਹੇ ਨੇ ਲੰਮਾ ਸਮਾਂ, ਜਿਸ ਪਾਰਟੀ ਦੀ ਅੱਜ ਭਾਰਤ ਦੇ ਵਿੱਚ ਹਕੂਮਤ ਹੈ, ਜਿਹੜੇ ਥੋੜੇ ਬਹੁਤ ਵੀ ਸੂਬਿਆਂ ਦੇ ਕੋਲ ਅਧਿਕਾਰ ਸੀ ਉਹ ਵੀ ਖੋਣ ਵੱਲ ਜਿਹੜੀ ਹੈ ਪਹਿਲ ਕਦਮੀ ਕੀਤੀ ਹੈ। 3 ਖੇਤੀ ਕਾਨੂੰਨ ਉਹਦੀ ਹੀ ਐਕਸਟੈਂਸ਼ਨ ਹੈ। ਤੇ ਹੁਣ ਜਿਸ ਪਾਰਟੀ 'ਚ ਹੈਗੇ ਨੇ ਨਵਜੋਤ ਸਿੰਘ ਸਿੱਧੂ, ਇਹ ਉਹ ਪਾਰਟੀ ਹੈ ਜਿਹੜੀ ਲਗਭਗ ਉਦਾਂ ਹੀ ਸੋਚਦੀ ਹੈ, ਸਾਰੀਆਂ ਤਾਕਤਾਂ ਆਪਣੇ ਕੋਲ ਰੱਖਣਾ ਚਾਹੁੰਦੀ ਹੈ। ਸ਼ਾਇਦ ਸਭ ਤੋਂ ਵੱਧ ਰਾਸ਼ਟਰਪਤੀ ਰਾਜ ਜੇ ਲਾਗੂ ਹੋਏ ਨੇ ਹੋਣੇ ਸੀ, ਮਤਲਬ ਜੇ ਜ਼ਿਆਦਾ ਸਮਾਂ, ਮਤਲਬ 60 ਸਾਲ ਤੋਂ ਵੱਧ ਦਾ ਸਮਾਂ ਜੇ ਹਕੂਮਤ ਦੇ ਵਿੱਚ ਕਾਂਗਰਸ ਪਾਰਟੀ ਰਹੀ ਹੈ, ਤੇ ਸਭ ਤੋਂ ਜ਼ਿਆਦਾ ਰਾਸ਼ਟਰਪਤੀ ਰਾਜ ਵੀ ਤਾਂ ਉਹਦੀ ਹਕੂਮਤ ਦੇ ਵਿੱਚ ਹੀ ਲਾਗੂ ਹੋਣੇ ਸੀ। ਸੋ ਰਾਸ਼ਟਰਪਤੀ ਰਾਜ, ਮਤਲਬ ਪੰਜਾਬ ਦੀ ਗਵਰਨਮੈਂਟ ਕਦੀ, ਜਿਹੜੀ ਓਪੋਜੀਸ਼ਨ ਦੀ ਗਵਰਨਮੈਂਟ ਜਿਹੜੀ ਆ, ਬਹੁਤਾ ਲੰਮਾ ਸਮਾਂ ਕਦੀ ਉਹਨਾਂ ਨੇ ਚੱਲਣ ਨਹੀਂ ਦਿੱਤੀ। ਬਾਰ-ਬਾਰ ਜਿਹੜੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਹੁੰਦੇ ਰਹੇ। ਸੋ ਸਾਰੀਆਂ ਤਾਕਤਾਂ ਕੇਂਦਰ ਆਪਣੇ ਕੋਲ ਰੱਖਣ ਦਾ ਜਿਹੜਾ ਇੱਕ ਪੂਰੀ ਦਾ ਪੂਰਾ ਉਹਦਾ ਇਰਾਦਾ ਹੁੰਦਾ। ਉਹਦੇ 'ਚ ਭਾਰਤੀ ਜਨਤਾ ਪਾਰਟੀ ਥੋੜਾ ਤਿੱਖੇ ਰੂਪ ਦੇ ਵਿੱਚ ਹੈ, ਪਰ ਲੁਕਵੇਂ ਰੂਪ ਦੇ ਵਿੱਚ ਕਾਂਗਰਸ ਵੀ ਉਹੀ ਕੁਝ ਕਰਦੀ ਰਹੀ ਹੈ ਤੇ ਕਰਨਾ ਵੀ ਉਹਨੇ ਉਹੀ ਕੁਝ ਹੈ। ਤੇ ਮੈਂ ਅੱਗੇ ਵੀ ਬੜਾ ਕਲੀਅਰ ਕਰਕੇ ਗੱਲ ਦੱਸਦਾ ਰਿਹਾ ਕਿ ਜਿਹੜੇ ਨਵੇਂ 3 ਖੇਤੀ ਕਾਨੂੰਨ ਆਏ ਨੇ, ਜਾਂ ਜੋ ਕੁਝ ਵੀ ਨਵਾਂ ਆ ਰਿਹਾ, ਉਹਦੇ ਲਈ ਉਹਦੀ ਜੜ ਦੇ ਵਿੱਚ ਸਾਡੀ ਨਵੀਂ ਇਕਨੋਮਿਕ ਪਾਲਿਸੀ ਪਈ ਹੈ। ਜਿਹੜੀ ਇਕਨੋਮਿਕ ਪਾਲਿਸੀ ਜਿਹੜੀ ਆ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ 'ਚ ਆਈ ਸੀ, ਉਹ ਕਾਂਗਰਸ ਪਾਰਟੀ ਦੇ ਵਿੱਤ ਮੰਤਰੀ ਹੁੰਦੇ ਸੀ ਉਦੋਂ, ਤੇ ਕਾਂਗਰਸ ਪਾਰਟੀ ਵੱਲੋਂ ਹੀ 10 ਸਾਲ ਪ੍ਰਧਾਨ ਮੰਤਰੀ ਰਹੇ। ਕੋਈ ਵੀ ਸਰਕਾਰ ਹੁੰਦੀ, ਅੱਜ ਨਰਿੰਦਰ ਮੋਦੀ ਦੀ ਥਾਂ ਦੇ ਉੱਤੇ ਕਾਂਗਰਸ ਦੀ ਸਰਕਾਰ ਹੁੰਦੀ, ਉਹਨੇ ਵੀ ਇਸੇ ਪਾਸੇ ਵੱਲ ਵਧਣਾ ਸੀ ਜਿਸ ਪਾਸੇ ਵੱਲ ਅੱਜ ਨਰਿੰਦਰ ਮੋਦੀ ਦੀ ਸਰਕਾਰ ਜਾ ਰਹੀ ਹੈ। ਜੋ ਵੀ ਨਰਿੰਦਰ ਮੋਦੀ ਕਰ ਰਹੇ ਆ, ਉਹ ਅਧੂਰੇ ਛੱਡੇ ਹੋਏ ਕੰਮ ਨੇ ਡਾਕਟਰ ਮਨਮੋਹਨ ਸਿੰਘ ਦੇ, ਜਿਨ੍ਹਾਂ ਤੋਂ ਕਾਰਪੋਰੇਟ ਦਾ ਜਿਹੜਾ ਇੱਕ ਕਹਿ ਲਓ ਯਕੀਨ ਥੋੜਾ ਘਟ ਗਿਆ ਸੀ। ਉਹਦਾ ਕਾਰਨ ਇਹ ਸੀ, ਇਹ ਨਹੀਂ ਕਿ ਡਾਕਟਰ ਮਨਮੋਹਨ ਸਿੰਘ ਕਰਨਾ ਨਹੀਂ ਸੀ ਚਾਹੁੰਦੇ, ਉਹਨਾਂ ਕੋਲ ਉਸ ਕਿਸਮ ਦਾ ਬਹੁਮਤ ਹੀ ਨਹੀਂ ਸੀ। ਵਿਸਾਖੀਆਂ ਦੀ ਸਰਕਾਰ ਚਲਾਉਂਦੇ ਰਹੇ ਨੇ ਡਾਕਟਰ ਮਨਮੋਹਨ ਸਿੰਘ, ਤੇ ਉਸ ਤੇਜ਼ੀ ਦੇ ਨਾਲ ਕਾਰਪੋਰੇਟ ਦੇ ਹਿੱਤ ਨਹੀਂ ਉਹ ਪੂਰ ਸਕੇ ਜਿਸ ਤੇਜ਼ੀ ਦੇ ਨਾਲ ਨਰਿੰਦਰ ਮੋਦੀ ਪੂਰ ਰਹੇ ਨੇ। ਡਾਕਟਰ ਮਨਮੋਹਨ ਸਿੰਘ ਦੇ ਨਵਾਂ ਟੂਲ ਚਾਹੀਦਾ ਸੀ ਕਾਰਪੋਰੇਟ ਨੂੰ, ਉਹ ਲੈ ਆਏ। ਕੰਮ ਉਹੀ ਕਰ ਰਹੇ ਨੇ ਨਰਿੰਦਰ ਮੋਦੀ ਜੋ ਡਾਕਟਰ ਮਨਮੋਹਨ ਸਿੰਘ ਅਧੂਰਾ ਛੱਡ ਕੇ ਗਏ।
ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਤੋਂ ਤੁਸੀਂ ਕੋਈ ਨਵਾਂ ਵੱਖਰਾ ਕੋਈ ਕੋਈ ਬਿਰਤਾਂਤ ਉਹ ਸਿਰਜ ਦੇਣਗੇ, ਕਿਸਾਨ ਅੰਦੋਲਨ ਦੀ ਗੱਲ ਕਰਦੇ ਆ ਜਾਂ ਕੋਈ ਹੋਰ ਵੀ ਗੱਲਾਂ ਕਰਦੇ ਆ, ਉਹ ਕੁਝ ਵੀ ਨਹੀਂ ਆ। ਮੈਂ ਬਾਰ-ਬਾਰ ਇਹ ਗੱਲ ਦੁਹਰਾਉਣਾ ਆ ਬਈ ਅਸਲ ਦੇ ਵਿੱਚ ਜਿਹੜੇ ਜਿਹੜੇ ਜਦੋਂ ਇੱਕ ਚੀਜ਼ ਫੇਲ ਹੋ ਜਾਂਦੀ ਹੈ, ਕਾਂਗਰਸ ਪਾਰਟੀ ਪੰਜਾਬ 'ਚ ਫੇਲ ਹੋ ਗਈ ਹੈ, ਉਹਨਾਂ ਦੀ ਸਰਕਾਰ ਫੇਲ ਹੋ ਗਈ ਹੈ, ਰਿਪੀਟ ਉਹ ਹੋਣਾ ਚਾਹੁੰਦੇ ਆ, ਤੇ ਜਿਹੜੇ ਲੋਕ ਫੇਲ ਹੋ ਗਏ ਨੇ ਕੈਪਟਨ ਅਮਰਿੰਦਰ ਵਰਗੇ, ਉਹਨਾਂ ਦੀ ਥਾਂ ਦੇ ਉੱਤੇ ਨਵਾਂ ਜਾਲ ਸੁੱਟ ਦਿੱਤਾ ਹੈ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ। ਭੋਲੀਆਂ ਭਾਲੀਆਂ ਮੱਛੀਆਂ ਉਹ 'ਚ ਫੇਰ ਫਸਣਗੀਆਂ। ਉਹ ਹੁਣ ਚਾਹੇ ਕਿਸਾਨ ਅੰਦੋਲਨ ਦਾ ਨਾਂ ਲੈਣ ਤੇ ਚਾਹੇ ਜਿਸ ਮਰਜ਼ੀ ਚੀਜ਼ ਦਾ ਨਾਂ ਲੈਣ, ਕਦੇ ਉਹ ਦਲਿਤਾਂ ਦੇ ਵਿਧਾਇਕਾਂ ਕੋਲ ਜਾਂਦੇ ਆ, ਦਲਿਤ ਭਾਈਚਾਰੇ ਦੇ ਲੋਕਾਂ ਨੂੰ ਮਿਲਦੇ ਆ, ਨਾਲੇ ਵੀ ਕਹੀ ਜਾਂਦੇ ਆ ਵੀ ਕਾਰਜਕਾਰੀ ਤਾਂ ਮੈਂ ਹੈ ਨਹੀਂ, ਮਤਲਬ ਕੰਮ ਤਾਂ ਤੁਹਾਡਾ ਨਹੀਂ ਮੈਂ ਕੁਝ ਵੀ ਕਰ ਸਕਦਾ, ਪਰ ਸੀਐਮ ਨਾਲ ਜਾ ਕੇ ਤੁਹਾਡੀ ਗੱਲ ਕਰਾ ਦੂੰਗਾ। ਹੁਣ ਕੱਲ ਇਹ ਨਵਾਂ ਬਿਆਨ ਹੈ ਨਵਜੋਤ ਸਿੰਘ ਸਿੱਧੂ ਦਾ, ਜਿਹੜੇ ਸੀਐਮ ਦਾ ਨਾਂ ਨਹੀਂ ਸੀ ਲੈਣਾ ਚਾਹੁੰਦੇ, ਕੱਲ ਉਹਨਾਂ ਨੇ ਕੁਝ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਮਿਲ ਕੇ ਤੇ ਕੁਝ ਦਲਿਤ ਜਿਹੜੇ ਵਿਧਾਇਕ ਤੇ ਕੁਝ ਵਜ਼ੀਰਾਂ ਨਾਲ ਇੱਕ ਮੀਟਿੰਗ ਵੀ ਕੀਤੀ। ਉੱਥੇ ਗੱਲ ਓਪਨਲੀ ਕਹੀ ਵੀ ਮੈਂ ਕਾਰਜਕਾਰੀ ਤਾਂ ਹੈ ਨਹੀਂ, ਯਾਨੀ ਕਰ ਤਾਂ ਨਹੀਂ ਮੈਂ ਕੁਝ ਵੀ ਸਕਦਾ, ਮੈਂ ਤਾਂ ਕਾਂਗਰਸ ਦਾ ਪ੍ਰੈਜ਼ੀਡੈਂਟ ਹੀ ਹਾਂ, ਸਰਕਾਰ 'ਚ ਤਾਂ ਹੈ ਨਹੀਂ, ਪਰ ਮੈਂ ਤੁਹਾਡੀ ਗੱਲ ਜਾ ਕੇ ਸੀਐਮ ਕੋ ਰੱਖ ਦੂੰਗਾ, ਤੁਹਾਡੀ ਗੱਲ ਸੀਐਮ ਨਾਲ ਕਰਾ ਦੂੰਗਾ। ਸੋ ਅਲਟੀਮੇਟਲੀ ਨਵਜੋਤ ਸਿੰਘ ਸਿੱਧੂ ਸ਼ਾਇਦ ਕਾਂਗਰਸ ਪਾਰਟੀ ਵੱਲੋਂ ਜਿਸ ਢੰਗ ਦੇ ਨਾਲ ਉਹਨਾਂ ਨੂੰ ਹੁਣ ਪੇਸ਼ ਕੀਤਾ ਗਿਆ, ਉਹ ਦੁਬਾਰਾ ਹਕੂਮਤ ਕਾਂਗਰਸ ਪਾਰਟੀ ਦੀ ਆਵੇ ਤੇ ਆਉਣ ਤੋਂ ਬਾਅਦ ਕੌਣ ਮੁੱਖ ਮੰਤਰੀ ਬਣੇ ਕੌਣ ਨਾ ਮੁੱਖ ਮੰਤਰੀ ਬਣੇ ਇਹ ਬਾਅਦ ਦੀਆਂ ਗੱਲਾਂ, ਅੰਦਰ ਇਰਾਦੇ ਸਾਰਿਆਂ ਦੇ ਆਪੋ ਆਪਣੇ ਹੁੰਦੇ ਆ, ਪਰ ਪਹਿਲਾ ਇਰਾਦਾ ਕਾਂਗਰਸ ਦੀ ਸਰਕਾਰ ਨੂੰ ਰਿਪੀਟ ਕਰਨ ਦਾ। ਜੋ ਕਾਂਗਰਸ ਦੀ ਸਰਕਾਰ ਰਿਪੀਟ ਕਿੱਦਾਂ ਹੋਵੇ, ਉਹਦੇ ਲਈ ਜਿਹੜੀਆਂ ਛੁੱਟਦੀਆਂ ਆ ਉਹ ਨਵਜੋਤ ਸਿੰਘ ਸਿੱਧੂ ਰਾਹੀਂ ਜਿਹੜੀਆਂ ਛੱਡੀਆਂ ਜਾ ਰਹੀਆਂ। ਜੀ ਪੰਜਾਬ ਦੇ ਗਵਰਨਰ ਸਾਹਿਬ ਜਿਹੜੇ ਆ ਜੀ, ਉਹਨਾਂ ਦਾ ਟਰਮ ਪੂਰੀ ਹੋ ਰਹੀ ਆ ਬਜਨੌਰ ਸਾਹਿਬ ਦੀ, ਤੇ ਨਵੇਂ ਗਵਰਨਰ ਲੱਗਣ ਦਾ ਚਰਚਾ ਚੱਲ ਰਹੀ ਆ। ਕਿਹਾ ਜਾ ਰਿਹਾ ਕਿ ਜਿਹੜੇ ਮੰਤਰੀ ਮੰਡਲ ਚੋਂ ਵਿਹਲੇ ਕੀਤੇ ਮੰਤਰੀ ਨੇ, ਉਹਨਾਂ ਤੋਂ ਕਿਸੇ ਦਾ ਨਾਂ ਲੱਗ ਸਕਦਾ ਹੈ ਕਿ ਉਹ ਸ਼ਾਇਦ ਪੰਜਾਬ ਦਾ ਕਾਰਜ ਭਾਗ ਸੰਭਾਲਣਗੇ ਆ ਕੇ। ਕੋਈ ਚਰਚਾ ਐਸੀ ਜਿਹੜੀ ਤੁਹਾਨੂੰ ਲੱਗਦੀ ਹੋਵੇ ਕਿ ਕੌਣ ਗਵਰਨਰ ਜਿਹੜੇ ਨਵੇਂ ਬਣ ਸਕਦੇ ਨੇ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਕੰਮਕਾਰ ਜਿਹੜਾ ਅੱਗੇ ਹੋ ਸਕਦਾ ਜੀ? ਦੇਖੋ, ਜਿਹੜੇ ਤੁਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਜਿਹੜੇ ਲੋਕ ਰਿਟਾਇਰ ਕਰਨੇ ਹੁੰਦੇ ਆ, ਉਹਨਾਂ ਨੂੰ ਤੁਸੀਂ ਭੇਜ ਦਿੰਦੇ ਹੋ। ਇਹ ਸਰਕਾਰਾਂ ਦਾ ਚਲਨ ਇਹੀ ਹੈ ਵੀ ਕਿਤੇ ਰਾਜਪਾਲ ਬਣਾ ਕੇ ਭੇਜ ਦੇਣਾ, ਕਿਤੇ ਡਿਪਟੀ ਗਵਰਨਰ ਬਣਾ ਕੇ ਭੇਜ ਦੇਣਾ ਆ, ਜਾਂ ਕਿਤੇ ਪ੍ਰਸ਼ਾਸਕ ਲਾ ਦੇਣਾ ਆ। ਇਹ ਸਾਰੀਆਂ ਸਰਕਾਰਾਂ ਕਰਦੀਆਂ ਰਹੀਆਂ, ਭਾਰਤੀ ਜਨਤਾ ਪਾਰਟੀ ਵੀ ਕਰ ਰਹੀ ਹੈ। ਕੁਝ ਸੇਵਾ ਮੁਕਤ ਅਫਸਰ ਵੀ ਜਿਹੜੇ ਕਈ ਵਾਰੀ ਰਾਜਪਾਲ ਲਾ ਦਿੱਤੇ ਜਾਂਦੇ, ਉਹ ਛੋਟੇ ਛੋਟੇ ਸੂਬਿਆਂ ਦੇ ਲਾਏ ਜਾਂਦੇ ਆ। ਨਿੱਕੇ ਨਿੱਕੇ ਸੂਬਿਆਂ ਦੇ ਕਈ ਵਾਰੀ ਜਿਹੜੇ ਰਾਜਪਾਲ ਜਾਂ ਐਡਮਿਨਿਸਟ੍ਰੇਟਰ ਜਿਹੜੇ ਲਾ ਦਿੱਤੇ ਜਾਂਦੇ ਆ, ਉਹ ਹੁੰਦੇ ਆ ਕਈ ਵਾਰੀ ਕੋਈ ਸੀਬੀਆਈ ਤੋਂ ਰਿਟਾਇਰ ਹੋਇਆ, ਕੋਈ ਵੱਡੇ ਅਦਾਰੇ ਤੋਂ ਰਿਟਾਇਰ ਹੋਇਆ, ਕੋਈ ਚੋਣ ਕਮਿਸ਼ਨਰ ਜਿਹਨੇ ਤੁਹਾਡੇ ਹੱਕ ਦੇ ਵਿੱਚ ਕੁਝ ਨਾ ਕੁਝ ਜਿੱਥੋਂ ਤੁਸੀਂ ਕਰਵਾਇਆ ਹੁੰਦਾ, ਏਦਾਂ ਦੇ ਲੋਕ ਜਿਹੜੇ ਆ ਉਹਨਾਂ ਨੂੰ ਐਡਜਸਟ ਕਰ ਦਿੱਤਾ ਜਾਂਦਾ। ਪਰ ਅੱਜ ਕੱਲ ਭਾਰਤੀ ਜਨਤਾ ਪਾਰਟੀ ਰਾਜਪਾਲ ਵੱਡੀਆਂ ਸਟੇਟਸ ਜਿਹੜੀਆਂ, ਅਸੀਂ ਕੋਈ ਬਹੁਤ ਵੱਡੀ ਸਟੇਟ ਭਾਵੇਂ ਨਹੀਂ ਆ ਪੰਜਾਬ, ਪਰ ਫਿਰ ਵੀ ਮਹੱਤਵਪੂਰਨ ਸੂਬਾ ਹੈ ਪੰਜਾਬ, ਤੇ ਖਾਸ ਤੌਰ ਦੇ ਉੱਤੇ ਉਦੋਂ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਹਰ ਮਸਲੇ ਦੇ ਉੱਤੇ ਜਦੋਂ ਜੂਝਣ ਦਾ ਕੋਈ ਮਸਲਾ ਆਉਂਦਾ, ਲੜਾਈ ਦਾ, ਸੰਘਰਸ਼ ਦਾ, ਸਟਰਗਲ ਦਾ ਮਸਲਾ ਆਉਂਦਾ, ਤੇ ਪੰਜਾਬ ਸਭ ਤੋਂ ਅੱਗੇ ਹੁੰਦਾ। ਇਸ ਕਰਕੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਟੇਟ। ਆਬਾਦੀ ਦੇ ਲਿਹਾਜ਼ ਦੇ ਨਾਲ ਜਾਂ ਖੇਤਰਫਲ ਦੇ ਲਿਹਾਜ਼ ਦੇ ਨਾਲ ਪੰਜਾਬ, ਜਾਂ ਇੱਥੇ ਕਿੰਨੇ MP ਆ ਜਾਂ ਕਿੰਨੇ MLA ਆ, ਉਹਦੇ ਲਿਹਾਜ਼ ਨਾਲ ਪੰਜਾਬ ਯੂਪੀ ਦੇ ਮੁਕਾਬਲੇ ਕੁਝ ਵੀ ਨਹੀਂ ਹੋਏਗਾ, ਜਾਂ ਪੱਛਮੀ ਬੰਗਾਲ ਦੇ ਮੁਕਾਬਲੇ ਕੁਝ ਨਹੀਂ ਹੋਏਗਾ, ਮਹਾਰਾਸ਼ਟਰ ਦੇ ਮੁਕਾਬਲੇ ਕੁਝ ਨਹੀਂ ਹੋਏਗਾ। ਪਰ ਜਿਹੜੀ ਲੜਨ ਮੜਨ ਦੀ ਪ੍ਰਵਿਰਤੀ ਆ, ਉਹਦੇ ਕਰਕੇ ਪੰਜਾਬ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਸਰਕਾਰ ਲਈ। ਇਸ ਕਰਕੇ ਲਾਜ਼ਮੀ ਹੈ ਕਿ ਸਰਕਾਰ ਕੋਈ ਏਦਾਂ ਦਾ ਰਾਜਪਾਲ ਭੇਜੇਗੀ ਜਿਹੜਾ ਰਾਜਪਾਲ ਜੋ ਦਿੱਲੀ ਕਹੇਗੀ ਉਹਦੇ ਮੁਤਾਬਕ ਕੰਮ ਕਰੇਗਾ, ਤੇ ਪੰਜਾਬ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਉਹਨਾਂ ਦੀ ਰਾਜਨੀਤੀ ਦੇ ਮੁਤਾਬਕ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕਰੇਗਾ। ਸੋ ਨਾ ਭਾਵੇਂ ਸਾਡੇ ਸਾਹਮਣੇ ਨਹੀਂ ਹੈ, ਪਰ ਏਦਾਂ ਦਾ ਕਰੈਕਟਰ ਸ਼ਾਇਦ ਉਹ ਲੱਭ ਰਹੇ ਹੋਣਗੇ, ਜਿਹੜਾ ਕਰੈਕਟਰ ਜਿਹੜਾ ਐਜ਼ ਏ ਗਵਰਨਰ ਪੰਜਾਬ ਦਾ ਜਿਹੜਾ ਜੋ ਕੁਝ ਸਾਡੇ ਸਾਹਮਣੇ ਸੀਨ ਅਸੀਂ ਦੇਖ ਰਹੇ, ਉਹਦੇ ਚੋਂ ਕੇਂਦਰ ਦੀ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਪਾਲਿਸੀ ਹੈ ਉਹਨੂੰ ਆਪਣੇ ਢੰਗ ਦੇ ਨਾਲ ਲਾਗੂ ਕਰ ਸਕੇ। ਜਿਵੇਂ ਦਿੱਲੀ ਦਾ ਰਾਜਪਾਲ ਇਸ ਢੰਗ ਨਾਲ ਲਾਇਆ ਗਿਆ ਕਿ ਦਿੱਲੀ ਦੀ ਸਰਕਾਰ ਜਿੱਥੇ ਪੂਰਨ ਸਟੇਟ ਨਹੀਂ ਹੈ, ਉੱਥੇ ਇੱਕ ਟਕਰਾਅ ਦੀ ਸਥਿਤੀ ਬਣਦੀ ਰਹੀ ਸਦਾ, ਤੇ ਹੌਲੀ ਹੌਲੀ ਦਿੱਲੀ ਜਿਹੜੀ ਆ ਉਹ ਅਪਾਹਜ ਕਰ ਦਿੱਤੀ ਗਈ। ਏਦਾਂ ਪੰਜਾਬ ਨੂੰ ਅਪਾਹਜ ਕਰਨ ਦੀਆਂ ਤਿਆਰੀਆਂ, ਭਾਵੇਂ ਪੂਰਨ ਸਟੇਟ ਹੈ, ਪਰ ਹੌਲੀ ਹੌਲੀ ਜਿਹੜੀਆਂ ਤਿਆਰੀਆਂ, ਕਦੇ ਯੂਨੀਵਰਸਿਟੀ ਦੇ ਨਾਂ ਦੇ ਉੱਤੇ, ਕਦੇ ਚੰਡੀਗੜ੍ਹ ਜਿਹੜਾ ਹੈ ਉਹਦਾ ਰਾਜਪਾਲ ਵੱਖਰਾ ਲਾਉਣ ਦੇ ਨਾਂ ਦੇ ਉੱਤੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਉਹਦੀ ਇੱਕ ਐਕਸਟੈਂਸ਼ਨ ਜਿਹੜੀ ਆ ਪੰਜਾਬ ਦਾ ਨਵਾਂ ਰਾਜਪਾਲ ਉਸ ਰੂਪ ਦੇ ਵਿੱਚ ਅਸੀਂ ਦੇਖ ਸਕਾਂਗੇ। ਜੀ ਦਸਾਂਝ ਸਾਹਿਬ, ਪਿੱਛੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਮਤਵਾਜੀ ਬਣੇ ਆ, ਉਹਨਾਂ ਦਾ
ਕਾਫੀ ਖਲਾਰਾ ਪਿਆ, ਆਪੋ 'ਚ ਅਲੱਗ-ਅਲੱਗ ਹੋ ਗਏ ਤੇ ਹੁਣ ਧਿਆਨ ਸਿੰਘ ਮੰਡ ਨੇ ਇੱਕ ਸ਼ਾਇਦ ਕਾਰਜਕਾਰੀ ਜਥੇਦਾਰ, ਉਹਨਾਂ ਨੇ ਮੰਤਰੀਆਂ ਕੁਝ ਇੱਕ ਨੂੰ ਸੰਮਣ ਕਰਤਾ ਸੀ ਕਿ ਤੁਸੀਂ ਅਕਾਲ ਤਖਤ ਤੇ ਪੇਸ਼ ਹੋ, ਹਾਲਾਂਕਿ ਉਹਨਾਂ ਨੂੰ ਖੁਦ ਨੂੰ ਅਕਾਲ ਤਖਤ ਤੇ ਕੋਈ ਨਹੀਂ ਵੜਨ ਦਿੰਦਾ ਤੇ ਉਹ ਮੰਤਰੀਆਂ ਨੇ ਵੀ ਨਾ ਕਰ ਦਿੱਤੀ ਆ ਕਿ ਅਸੀਂ ਇਸ ਜਥੇਦਾਰ ਦੇ ਅੱਗੇ ਪੇਸ਼ ਨਹੀਂ ਹੋਣਾ। ਹਾਲਾਂਕਿ ਬਹੁਤ ਸਾਰੇ ਸਵਾਲ ਮੋਰਚਾ ਉਠਾਉਣ ਦੇ ਮਾਮਲੇ 'ਚ ਇਹ ਧਿਆਨ ਸਿੰਘ ਮੰਡਰਾਂ ਦੇ ਉੱਤੇ ਵੀ ਸੀਗੇ, ਲੋਕਾਂ ਦੇ ਸੀ ਉਹਨਾਂ ਦੇ ਅਸਲ 'ਚ ਵੇਖਿਆ ਜਾਵੇ ਕਿ ਉਹਨਾਂ ਨੇ ਮੋਰਚੇ ਨੂੰ ਵੇਚ ਦਿੱਤਾ ਤੇ ਬਹਾਨਾ ਬਣਾਇਆ ਗਿਆ ਸੀ ਕਿ ਕੁਝ ਮੰਤਰੀਆਂ ਨੇ ਆ ਕੇ ਇੰਸ਼ੋਰੈਂਸ ਦੇ ਦਿੱਤੀ ਆ ਕਿ ਮਸਲਾ ਜਿਹੜਾ ਹੱਲ ਹੋ ਜਾਏਗਾ। ਹੁਣ ਉਹਨਾਂ ਮੰਤਰੀਆਂ ਨੂੰ ਸੰਮਣ ਕਰ ਰਹੇ ਨੇ ਉਹੋ ਹੀ ਜਥੇਦਾਰ ਜਿਨ੍ਹਾਂ ਨੇ ਖੁਦ ਮੋਰਚਾ ਉਠਾਇਆ ਸੀਗਾ ਜਾਂ ਲੋਕਾਂ ਦੀ ਭਾਸ਼ਾ 'ਚ ਕਿ ਮੋਰਚਾ ਵੇਚਿਆ ਸੀਗਾ। ਸੋ ਇਹ ਜਿਹੜੀ ਅਜੀਬ ਜੀ ਸਿਆਸਤ ਹੈ, ਧਾਰਮਿਕ ਸਿਆਸਤ ਵੀ ਨਾਲ ਨਾਲ ਚੱਲ ਰਹੀ ਹੈ ਜਿਸ ਤਰ੍ਹਾਂ ਦੀ, ਇਹਦੇ ਬਾਰੇ ਤੁਸੀਂ ਕੁਝ ਕਮੈਂਟ ਕਰਨਾ ਚਾਹੋਗੇ ਕਿ ਕਿਸ ਤਰ੍ਹਾਂ ਦੀ ਡਰਾਮੇਬਾਜ਼ੀ ਚੱਲ ਰਹੀ ਹੈ? ਦੇਖੋ, ਕੁਝ ਚੀਜ਼ਾਂ ਇਰਰੈਲੇਵੈਂਟ ਹੋ ਜਾਇਆ ਕਰਦੀਆਂ। ਇੱਕ ਸਮਾਂ ਸੀ ਜਦੋਂ ਮੁਤਵਾਜ਼ੀ ਜਥੇਦਾਰ ਥਾਪੇ ਗਏ, ਲੱਖਾਂ ਦਾ ਇਕੱਠ ਹੋਇਆ ਜਿਹੜਾ, ਉਹਦੇ 'ਚ ਮੁਤਵਾਜ਼ੀ ਜਥੇਦਾਰ ਥਾਪੇ ਗਏ ਤੇ ਇੱਕ ਮਾਹੌਲ ਬਣਿਆ ਸੀ। ਉਸ ਮਾਹੌਲ ਨੂੰ ਬਕਾਇਦਾ ਅਵੇਲ ਕਰਕੇ ਇਸ ਤਰ੍ਹਾਂ ਦੇ ਲੋਕ ਜਿਹੜੇ ਉਹਨਾਂ ਨੇ ਆਪਣੀਆਂ ਦੁਕਾਨਦਾਰੀਆਂ ਚਲਾਈਆਂ ਤੇ ਉਹ ਦੁਕਾਨਦਾਰੀਆਂ ਚਲਾਉਂਦਿਆਂ ਸਾਫ਼ ਵੀ ਹੋ ਗਿਆ ਕਿ ਇਹ ਤਾਂ ਸੱਚਮੁੱਚ ਦੇ ਦੁਕਾਨਦਾਰ ਹੈ। ਲੋਕਾਂ ਨੇ ਹੱਥ ਪਿੱਛੇ ਖਿੱਚ ਲਏ ਤੇ ਮੋਰਚਾ ਵੇਚ ਦਿੱਤਾ ਗਿਆ ਜਿੱਦਾਂ ਤੁਸੀਂ ਕਿਹਾ। ਪਰ ਜਿਹੜੀ ਹੱਟੀ ਫੇਲ ਹੋ ਜਾਂਦੀ ਹੈ ਤੇ ਜਿਹਨੂੰ ਆਦਤ ਪੈ ਜਾਂਦੀ ਆ ਕਮਾਈ ਕਰਨ ਦੀ ਤੇ ਉਹ ਬਾਰ-ਬਾਰ ਕੋਸ਼ਿਸ਼ ਕਰਦਾ ਵੀ ਦੁਬਾਰਾ ਹੱਟੀ ਸਜਾ ਲਈਏ। ਉਹ ਦੁਬਾਰਾ ਹੱਟੀ ਸਜਾਉਣ ਦੀ ਕੋਸ਼ਿਸ਼ ਹੈ ਧਿਆਨ ਸਿੰਘ ਮੰਡ ਦੀ ਜਾਂ ਇਸ ਤਰ੍ਹਾਂ ਦੇ ਕੁਝ ਲੋਕ ਨੇ, ਪਰ ਲੋਕ ਜਿਹੜੇ ਆ ਉਹਨਾਂ ਨੂੰ ਕਿਤੇ ਮੂੰਹ ਨਹੀਂ ਲਾ ਰਹੇ ਤੇ ਫਿਰ ਇਸ ਤਰ੍ਹਾਂ ਦਾ ਜਿਹੜਾ ਐਲੀਮੈਂਟ ਹੁੰਦਾ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਬਾਰ-ਬਾਰ ਕੁਝ ਨਾ ਕੁਝ ਏਦਾਂ ਦਾ ਕਰ ਲਿਆ ਜਾਏ ਜਿਹਦੇ ਕਰਕੇ ਥੋੜੀ ਬਹੁਤ ਉਹਨਾਂ ਦੀ ਦੁਕਾਨਦਾਰੀ ਫੇਰ ਤੋਂ ਚੱਲ ਪਵੇ, ਪਰ ਉਹ ਚੱਲਦੀ ਦਿਖਾਈ ਨਹੀਂ ਦਿੰਦੀ। ਵਿਦੇਸ਼ਾਂ ਦੇ ਵਿੱਚ ਤਾਂ ਅਕਸਰ ਏਦਾਂ ਦੇ ਲੋਕ ਜਿਹੜੇ ਆ ਕਈ ਵਾਰੀ ਫੇਰ ਸਫਲ ਹੋ ਜਾਂਦੇ ਦੁਬਾਰਾ, ਪਰ ਉੱਥੇ ਵੀ ਮੈਨੂੰ ਲੱਗਦਾ ਹੁਣ ਉਸ ਕਿਸਮ ਦਾ ਨਹੀਂ ਹੈ ਮਾਹੌਲ ਜਿਸ ਕਿਸਮ ਦਾ ਮਾਹੌਲ ਕਿਸੇ ਵੇਲੇ ਹੁੰਦਾ ਸੀ। ਕਾਫੀ ਲੋਕ ਅੱਗੇ ਨਾਲੋਂ ਸਿਆਣੇ ਹੋ ਰਹੇ ਨੇ। ਕੇਵਲ ਇਹ ਨਹੀਂ ਧਰਮ ਦੇ ਨਾਂ ਤੇ ਜਿਹੜੀ ਪੋਲਿਟਿਕਸ ਕੀਤੀ ਜਾਂਦੀ ਹੈ, ਉਸ ਪੋਲਿਟਿਕਸ ਨੇ ਕਿੰਨੀ ਬੁਰੀ ਤਰ੍ਹਾਂ ਐਕਸਪਲਾਇਟ ਕੀਤਾ ਹੈ ਆਸਥਾ ਨੂੰ, ਉਹ ਤਾਂ ਹੈ ਹੀ ਹੈ। ਹੁਣ ਤਾਂ ਜਿਹੜੇ ਪੋਲੀਟੀਕਲੀ ਜਿਹੜੀ ਧਰਮ ਦੇ ਨਾਂ ਤੇ ਪੋਲਿਟਿਕਸ ਨਹੀਂ ਵੀ ਕਰਦੇ, ਪਰ ਸਿਆਸੀ ਤੌਰ ਦੇ ਉੱਤੇ ਵੀ ਪੰਜਾਬ ਦੇ ਵਿੱਚ ਜਿਹੜੇ ਨਵੇਂ ਵਰਤਾਰੇ ਕੁਝ ਵਾਪਰਦੇ ਆ, ਉਹਨਾਂ ਵਰਤਾਰਿਆਂ ਨੂੰ ਲੀਡ ਕਰਨ ਵਾਲੇ ਜਿਹੜੇ ਲੋਕ ਹੁੰਦੇ ਆ, ਜਿਵੇਂ ਉਹਨਾਂ ਨੇ ਵੀ ਐਕਸਪਲਾਇਟ ਕੀਤਾ ਸਾਰੇ ਪੰਜਾਬੀਆਂ ਨੂੰ, ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਨੂੰ, ਉਹਦੀ ਸਮਝ ਵੀ ਲੋਕਾਂ ਨੂੰ ਆਉਣੀ ਸ਼ੁਰੂ ਹੋ ਗਈ ਹੈ। ਹੁਣ ਸ਼ਾਇਦ ਉਦਾਂ ਲੋਕ ਡੀਲ ਨਹੀਂ ਕਰਦੇ ਜਿੱਦਾਂ ਕਿਸੇ ਵੇਲੇ ਅੱਗੇ ਡੀਲ ਕਰਿਆ ਕਰਦੇ ਸੀ। ਹੁਣ ਨਵਾਂ ਵਰਤਾਰਾ ਪੰਜਾਬ ਦੇ ਵਿੱਚ ਹੈ, ਕਿਸਾਨ ਅੰਦੋਲਨ ਦਾ ਇੱਕ ਵਰਤਾਰਾ ਹੈਗਾ, ਨਵਜੋਤ ਸਿੰਘ ਸਿੱਧੂ ਦਾ ਅਸੀਂ ਜ਼ਿਕਰ ਕੀਤਾ, ਨਵੇਂ ਨਾਇਕ ਉੱਭਰਦੇ ਦਿਖਾਈ ਦਿੰਦੇ ਆ, ਪਰ ਉਹ ਗੱਲ ਨਹੀਂ ਆ ਹੁਣ ਜਿਹੜੀ ਗੱਲ ਕਿਸੇ ਵੇਲੇ ਹੁੰਦੀ ਸੀ। ਲੋਕ ਕਾਫੀ ਅੱਗੇ ਨਾਲੋਂ ਸਮਝ ਵੀ ਰਹੇ ਨੇ ਤੇ ਸੋਚ ਕੇ ਕਦਮ ਵੀ ਪੁੱਟ ਰਹੇ ਨੇ। ਖਾਸ ਤੌਰ ਦੇ ਉੱਤੇ ਧਰਮ ਦੇ ਨਾਂ ਦੇ ਉੱਤੇ ਜਿਹੜੀ ਰਾਜਨੀਤੀ ਕੀਤੀ ਗਈ ਹੈ ਪਿਛਲੇ ਲੰਮੇ ਸਮੇਂ ਤੋਂ ਪੰਜਾਬ 'ਚ, ਉਹਨੇ ਪੰਜਾਬ ਨੂੰ ਬਰਬਾਦ ਕੀਤਾ ਤੇ ਲੋਕਾਂ ਦੇ ਮਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਹੁਣ। ਸੋ ਧਿਆਨ ਸਿੰਘ ਮੰਡ ਹੋਵੇ ਜਾਂ ਕੋਈ ਹੋਰ, ਇਹਨਾਂ ਦੀ ਉਹ ਕਿਸਮ ਦੀ ਜਿਸ ਕਿਸਮ ਦੀ ਰਾਜਨੀਤੀ ਇਹਨਾਂ ਨੇ ਡਿਜ਼ਾਈਨ ਕੀਤੀ ਸੀ, ਜਿਹਦੇ 'ਚੋਂ ਇਹਨਾਂ ਨੇ ਆਪਣੀਆਂ ਦੁਕਾਨਦਾਰੀਆਂ ਕੀਤੀਆਂ, ਉਹ ਚੀਜ਼ਾਂ ਜਿਹੜੀਆਂ ਹੁਣ ਸ਼ਾਇਦ ਉਸ ਰੂਪ ਦੇ ਵਿੱਚ ਫਲੋਟ ਨਹੀਂ ਹੋ ਸਕਦੀਆਂ। ਜੀ ਦਸਾਂਝ ਸਾਹਿਬ, ਪਟਿਆਲਾ ਕੇਂਦਰ ਬਣਿਆ ਕਾਫੀ ਦੇਰ ਤੋਂ ਮੁਲਾਜ਼ਮਾਂ ਦਾ ਵੀ ਹੜਤਾਲਾਂ ਦਾ, ਔਰ ਕਾਫੀ ਸਾਰਾ ਇੱਕ ਵੱਡੀ ਕੁਝ ਮੁਲਾਜ਼ਮ ਜਥੇਬੰਦੀਆਂ ਨੇ ਰਲ ਕੇ ਰੈਲੀ ਕੀਤੀ ਸੀ। ਉਸ ਤੋਂ ਬਾਅਦ ਸਰਕਾਰ ਝੁਕੀ ਲੱਗਦੀ ਸੀ ਥੋੜ੍ਹਾ ਜਿਹਾ, ਪਰ ਉਹ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਜਿਹੜੀਆਂ ਧਨ ਦੌਲਤ ਨਾਲ ਜੁੜੀਆਂ ਨੇ, ਮਤਲਬ ਯਾਨੀ ਕਿ ਆਰਥਿਕਤਾ ਦੇ ਖੇਤਰ 'ਚ ਆਉਂਦੀਆਂ ਨੇ, ਉਹ ਮੰਗਾਂ ਕੋਈ ਇੱਦਾਂ ਦੀਆਂ ਨਹੀਂ ਗਿਆ ਕਿ ਜਿਹੜੀਆਂ ਪੈਸੇ ਤੋਂ ਬਗੈਰ ਪੂਰੀਆਂ ਕੀਤੀਆਂ ਜਾ ਸਕਣ। ਜੇ ਨਵੀਆਂ ਭਰਤੀਆਂ ਦਾ ਮਸਲਾ ਹੈ ਤਾਂ ਉਹਦੇ 'ਤੇ ਵੀ ਸਰਕਾਰ ਨੂੰ ਖਜ਼ਾਨਾ ਉੱਤੇ ਬੋਝ ਪੈਣ ਦੀ ਗੱਲ ਕੀਤੀ ਜਾਂਦੀ ਆ। ਜੇ ਕੋਈ ਤਨਖਾਹ ਵਧਾਈ ਜਾਂਦੀ ਆ, ਸਕੇਲ ਸੋਧੇ ਜਾਂਦੇ ਆ ਜਾਂ ਕੁਝ ਹੋਰ ਭੱਤੇ ਦਿੱਤੇ ਜਾਂਦੇ ਆ, ਤਾਂ ਉਹ ਕਾਫੀ ਸਰਕਾਰ ਜਿਹੜੀ ਹੈ, ਖਾਸ ਕਰਕੇ ਸਾਡੇ ਜਿਹੜੇ ਹੈਗੇ ਵਿੱਤ ਮੰਤਰੀ ਨੇ, ਉਹਨਾਂ ਦੀ ਜਿਹੜੀ ਕਾਰਜਸ਼ੈਲੀ ਆ ਉਹ ਇੱਦਾਂ ਦੀ ਆ ਕਿ ਉਹ ਬੜਾ ਹੱਥ ਘੁੱਟ ਕੇ ਰੱਖਦੇ ਆ। ਉਹ ਸਮਝਦੇ ਆ ਕਿ ਉਹ ਖਜ਼ਾਨੇ ਨੂੰ ਸੋਚ ਸਮਝ ਕੇ ਵਰਤ ਰਹੇ ਨੇ, ਉਹਨਾਂ ਦਾ ਸਿਆਣਾ ਕੋਈ ਬੰਦਾ ਹੀ ਨਹੀਂ ਹੈ। ਯਾਨੀ ਕਿ ਉਹ ਪੰਜਾਬ ਦੇ ਕਿਸੇ ਵੀ ਵਿਅਕਤੀ ਦੀ ਕੋਈ ਵੀ ਮੰਗ ਹੋਵੇ, ਉਹਨੂੰ ਇਹ ਕਹਿ ਕੇ ਕਿ ਖਜ਼ਾਨਾ ਖਾਲੀ ਆ ਤੇ ਟਾਲ ਸਕਦੇ ਆ। ਉਹਨਾਂ ਕੋਲ ਸ਼ਬਦ ਹੁੰਦੇ ਆ, ਸ਼ਬਦ ਨਾ ਮਿਲਣ ਤੇ ਫਿਰ ਸ਼ੇਰ ਪੜ੍ਹ ਦਿੰਦੇ ਹੁੰਦੇ ਆ। ਸੋ ਮੁਲਾਜ਼ਮਾਂ ਦਾ ਬਣਿਆ ਕੀ, ਉਹਨਾਂ ਨੂੰ ਉਲਝਾ ਲਿਆ ਗਿਆ ਕਿ ਤੁਹਾਡੇ ਨਾਲ ਗੱਲਬਾਤ ਕਰਾਂਗੇ, ਤੁਹਾਡੀ ਮਸਲੇ ਹੱਲ ਕਰਾਂਗੇ, ਪਰ ਕੋਈ ਨੇਪਰੇ ਚੜੀ ਗੱਲ ਲੱਗਦੀ ਨਹੀਂ। ਮੀਟਿੰਗਾਂ ਮੂਟਿੰਗਾਂ ਦਾ ਕੋਈ ਸਿੱਟਾ ਨਿਕਲਿਆ? ਕੋਈ ਹਲੇ ਕੋਈ ਬਹੁਤ ਕੰਕਰੀਟ ਕਿਸਮ ਦਾ ਸਿੱਟਾ ਨਿਕਲਦਾ ਨਹੀਂ ਦਿਖਾਈ ਦੇ ਰਿਹਾ। ਭਾਵੇਂ ਸਰਕਾਰ ਨੇ ਕਿਹਾ ਵੀ ਹੈ, ਸਪੈਸ਼ਲੀ ਕੁਝ ਤਾਂ ਚਲੋ ਐਡਵਰਟਾਈਜ਼ ਹੋ ਗਏ, ਨਵੇਂ ਰੁਜ਼ਗਾਰ ਜਿਹੜੇ ਦੇਣੇ ETT ਟੈਟ ਅਧਿਆਪਕਾਂ ਨੂੰ, ਉਹ ਤਾਂ ਐਡਵਰਟਾਈਜ਼ ਹੋ ਗਏ, ਉਹਦੀ ਇੱਕ ਪ੍ਰਕਿਰਿਆ ਆ। ਉਹ ਪ੍ਰਕਿਰਿਆ ਵੀ ਜਾਣ ਬੁੱਝ ਕੇ ਲੰਮੀ ਕੀਤੀ ਜਾ ਸਕਦੀ ਹੈ, ਲੋਕਾਂ ਨੂੰ
ਇਸ ਭੁਲੇਖੇ 'ਚ ਰੱਖੋ ਵੀ ਤੁਹਾਡੀ ਭਰਤੀ ਹੋ ਰਹੀ ਹੈ ਜਦ ਤੱਕ ਚੋਣ ਜ਼ਾਬਤਾ ਲਾਗੂ ਹੋ ਜਾਣਾ ਹੈ। ਤੇ ਏਦੇ 60,000 66,000 ਦੇ ਕਰੀਬ ਜਿਹੜੇ ਬਾਕੀ ਕੱਚੇ ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਨੂੰ ਪੱਕੇ ਕਰਨ ਦੀ ਇੱਕ ਪ੍ਰਕਿਰਿਆ ਦਾ ਮਾਮਲਾ ਹੈ। ਉਹਦੇ 'ਚ ਵੀ ਕੁਝ ਕੰਕਰੀਟ ਹੁੰਦਾ ਨਹੀਂ ਦਿਖਾਈ ਦੇ ਰਿਹਾ ਤੇ ਕੁਝ ਜਿਹੜੇ ਤਨਖਾਹਾਂ ਭੱਤਿਆਂ ਦੇ ਮਸਲਿਆਂ ਦੇ ਉੱਤੇ ਜਿਹੜੀ ਲੜਾਈ ਚੱਲ ਰਹੀ ਹੈ ਉਹ ਮਸਲਾ ਵੀ ਹਾਲੇ ਲਟਕਿਆ ਹੋਇਆ ਹੈ। ਸਰਕਾਰ ਕਲੀਅਰ ਕੱਟ ਕੁਝ ਵੀ ਜਿਹੜਾ ਆ ਹਜੇ ਕਰਨ ਵਾਸਤੇ ਜਾਂ ਦੱਸਣ ਵਾਸਤੇ ਜਾਂ ਕੋਈ ਰੋਡ ਮੈਪ ਦੇਣ ਵਾਸਤੇ ਤਿਆਰ ਨਹੀਂ ਹੈ। ਮਨਪ੍ਰੀਤ ਬਾਦਲ ਹੋਰਾਂ ਨੇ ਕੱਲ ਕੁਝ ਗੱਲਾਂ ਕੀਤੀਆਂ ਤੇ ਪਰ ਕੋਈ ਲੱਗਦਾ ਨਹੀਂ ਹੈ, ਜਦੋਂ ਤੁਸੀਂ ਕਹਿੰਦੇ ਹੋ ਕਿ ਸ਼ੇਰ ਪੜ੍ਹ ਦਿੱਤਾ ਜਾਂਦਾ ਹੈ, ਜਿਹੜਾ ਕੋਈ ਬਹੁਤ ਜ਼ਿਆਦਾ ਸਰਕਾਰ 'ਚ ਬੈਠਾ ਆਪਣੇ ਆਪ ਨੂੰ ਸੰਜਮੀ ਦਿਖਾਉਂਦਾ ਹੁੰਦਾ ਉਹ ਅਸਲ ਦੇ ਵਿੱਚ ਸਰਕਾਰ ਦੀਆਂ ਜਿਹੜੀਆਂ ਨਾਕਾਮੀਆਂ ਨੇ ਜਾਂ ਸਰਕਾਰ ਜਿੱਥੇ ਜਿੱਥੇ ਫੇਲ ਹੋਈ ਹੈ ਉੱਥੇ ਪੋਚੇ ਲਾਉਣ ਦੀ ਕੋਸ਼ਿਸ਼ ਕਰਿਆ ਕਰਦਾ ਹੁੰਦਾ ਤੇ ਹੋਰ ਕੁਝ ਨਹੀਂ ਹੈ। ਪਰ ਇਹ ਸੌਖਾ ਕਾਰਜ ਨਹੀਂ ਹੈ ਹੁਣ ਇਹਦੇ ਚੋਂ ਲੰਘਣਾ। ਇਹਦਾ ਜਿਸ ਕਹ ਲਓ ਵੀ ਤਰੀਕੇ ਦੇ ਨਾਲ ਮੁਲਾਜ਼ਮ ਜਿਹੜੇ ਆ ਵੱਖ-ਵੱਖ ਸੈਕਸ਼ਨ ਦੇ ਜਿਹੜੇ ਲੋਕ ਆ ਉਹ ਲੜ ਰਹੇ ਨੇ, ਚਾਹੇ ਕੋਈ ਨਵੀਂ ਭਰਤੀ ਲਈ ਲੜ ਰਿਹਾ ਹੈ, ਕੋਈ ਕੱਚੇ ਤੋਂ ਪੱਕੇ ਹੋਣ ਲਈ ਲੜ ਰਿਹਾ ਹੈ, ਕੋਈ ਜਿਹੜਾ ਰੈਗੂਲਰ ਤਾਂ ਹੈ ਪਰ ਉਹਦੀ TADA ਦਾ ਸੌਰੀ ਜਿਹੜਾ ਉਹਦਾ ਭੱਤੇ ਦਾ ਤੇ ਤਨਖਾਹ ਦਾ ਮਾਮਲਾ ਹੈ ਜਾਂ ਪੇ ਕਮਿਸ਼ਨ ਦਾ ਮਾਮਲਾ ਹੈ, ਉਹ ਲੜਾਈਆਂ ਦੇ ਵੱਖਰੇ ਵੱਖਰੇ ਲੈਵਲ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਇੱਕ ਸਾਂਝਾ ਤੰਦ ਬਣ ਜਾਂਦਾ ਲੜਾਈ ਦਾ। ਤੇ ਜਿੱਦਾਂ 50,000 ਦੇ ਕਰੀਬ ਪਿਛਲੇ ਦਿਨਾਂ ਦੇ ਵਿੱਚ 150 ਦੇ ਕਰੀਬ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਪਟਿਆਲੇ ਦੇ ਵਿੱਚ ਲੋਕ ਪਹੁੰਚੇ, ਮੁਲਾਜ਼ਮ ਪਹੁੰਚੇ, ਉਹਨੇ ਸਰਕਾਰ ਨੂੰ ਮਜਬੂਰ ਕੀਤਾ ਸੀ ਗੱਲਬਾਤ ਕਰਨ ਵਾਸਤੇ। ਉਹ ਫੇਰ ਤੋਂ ਸਾਰੀਆਂ ਚੀਜ਼ਾਂ ਆ ਸਕਦੀਆਂ, ਫੇਰ ਤੋਂ ਇੱਕ ਵਾਰੀ ਫੇਰ, ਕਿਉਂਕਿ ਉਹਨਾਂ ਨੇ ਆਪਣੇ ਜਿਹੜੇ ਅੰਦੋਲਨ ਹੈ ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਅਸੀਂ ਪੋਸਟਪੋਨ ਕਰ ਦਿੱਤੇ ਹੈ, ਬਈ ਉਹ ਦੇਖਣਗੇ ਸਰਕਾਰ ਕਿਸ ਲੈਵਲ ਤੇ ਗੱਲ ਕਰਦੀ ਹੈ ਤੇ ਜੇ ਲੱਗੂਗਾ ਵੀ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਹੈ ਤੇ ਦੁਬਾਰਾ ਉਹ ਜਿਹੜੀ ਐਜੀਟੇਸ਼ਨ ਜਿਹੜੀ ਉਸੇ ਢੰਗ ਦੇ ਨਾਲ ਚੱਲੇਗੀ। ਸੋ ਸਰਕਾਰ ਕੁੜਕੀ ਦੇ ਵਿੱਚ ਹੈ। ਸਰਕਾਰ ਨੂੰ ਵੀ ਇਹ ਸਮਝ ਨਹੀਂ ਆ ਰਿਹਾ, ਪੰਜਾਬ ਗੌਰਮੈਂਟ ਨੂੰ, ਵੀ ਇੰਨੇ ਘੱਟ ਸਮੇਂ ਦੇ ਵਿੱਚ ਸਾਰੀਆਂ ਚੀਜ਼ਾਂ ਕਿੱਦਾਂ ਕੀਤੀਆਂ ਜਾ ਸਕਣ। 1-2-4 ਦਿਨਾਂ ਦੇ ਵਿੱਚ ਸਰਕਾਰ ਦੀਆਂ ਹੋਰ ਸ਼ਾਇਦ ਇਹਦੇ ਤੇ ਮੀਟਿੰਗਸ ਹੋਣਗੀਆਂ, ਉਸ ਤੋਂ ਬਾਅਦ ਸਰਕਾਰ ਜਿਹੜਾ ਉਹ ਦੱਸ ਸਕੇਗੀ ਕਿ ਉਹ ਕੀ ਕਰਨਾ ਚਾਹੁੰਦੀ ਹੈ ਤੇ ਕਿਵੇਂ ਕਰਨਾ ਚਾਹੁੰਦੀ ਹੈ। ਦਸਾਂਝ ਸਾਹਿਬ, ਓਲੰਪਿਕ ਦੀ ਖਬਰ ਤੋਂ ਪਹਿਲਾਂ ਇੱਕ ਖਬਰ ਮੈਂ ਹੋਰ ਕਰ ਲੈਣੀ ਚਾਹੁੰਦਾ ਤੁਹਾਡੇ ਨਾਲ। ਇੱਕ ਗੈਂਗਸਟਰ ਰਾਣਾ ਕੰਦੋਵਾਲੀ, ਉਹਨੂੰ ਮਾਰਿਆ ਗਿਆ ਤੇ ਗੈਂਗਸਟਰ ਦਾ ਜਿਹੜਾ ਅੱਜ ਕੱਲ੍ਹ ਬਣਾ ਦਿੱਤਾ ਗਿਆ ਇੱਕ ਨਵਾਂ ਕੰਮ ਢੰਗ, ਮੈਂ ਅੱਜ ਹੀ ਡਿਸਕਸ ਕਰ ਰਿਹਾ ਸੀ ਕਿਉਂਕਿ ਜਿਹੜਾ ਇਹ ਵਿਅਕਤੀ ਦੀ ਮੌਤ ਹੋਈ ਆ ਉਹ ਮੇਰੇ ਆਪਣੇ ਪਿੰਡ ਤੋਂ ਬਿਲਕੁਲ ਨਾਲ ਲੱਗਵਾਂ ਪਿੰਡ ਹੈ। ਮੈਂ ਕਹਿ ਲਾਂ ਕਿ ਸਾਡੇ ਪਿੰਡ ਦਾ ਹੀ ਹਿੱਸਾ ਹੈ ਤੇ ਉਹ ਤੁਹਾਨੂੰ ਠੀਕ ਲੱਗੇਗਾ ਕਿਉਂਕਿ ਕਾਫੀ ਵੱਡਾ ਪਿੰਡ ਹੋਣ ਕਰਕੇ ਜਗਦੇਵ ਕਲਾਂ 'ਚੋਂ ਪਿੰਡ ਨਿਕਲੇ ਹੋਏ ਨੇ, ਉਹਨਾਂ 'ਚ ਕੰਦੋਵਾਲੀ ਪਿੰਡ ਵੀ ਇੱਕ ਹੈ ਤੇ ਉਸ ਪਰਿਵਾਰ ਦੀਆਂ ਪਿੰਡ ਦੇ ਲੋਕਾਂ ਨਾਲ, ਸਾਡੇ ਪਿੰਡ ਦੇ ਲੋਕਾਂ ਨਾਲ ਵੀ ਸਾਂਝਾਂ ਨੇ। ਮੈਂ ਅੱਜ ਗੱਲਾਂ ਬਾਤਾਂ ਕਰ ਰਿਹਾ ਸੀ, ਪੁੱਛ ਰਿਹਾ ਸੀ ਕਿ ਕਿਉਂ ਹੋਇਆ, ਕਿਵੇਂ ਹੋਇਆ। ਤੇ ਜਿਹੜਾ ਗੈਂਗਸਟਰ ਵਾਲਾ ਲਫ਼ਜ਼ ਬਣਾ ਦਿੱਤਾ ਗਿਆ ਉਹ ਤਾਂ ਲੱਗਦਾ ਕਿ ਬਹੁਤ ਵੱਡੇ ਕੋਈ ਨਾਮੀ ਲੋਕ ਨੇ, ਜਿੱਦਾਂ ਪਿੰਡਾਂ 'ਚ ਛੋਟੇ-ਫੁੱਟ ਬਦਮਾਸ਼ ਨਹੀਂ ਹੁੰਦੇ ਕਿ ਛੋਟਾ ਮੋਟਾ ਕਬਜ਼ਾ ਕਰ ਲਿਆ, ਝਗੜਿਆਂ 'ਚ ਅੱਗੇ ਆ ਗਏ, ਇਸ ਕਿਸਮ ਦਾ ਵਿਅਕਤੀ ਦੱਸਿਆ ਜਾਂਦਾ ਜੀ ਉਹ। ਤੇ ਕੋਈ ਖਾਸ ਇਸ ਤਰ੍ਹਾਂ ਦੀ ਕੋਈ ਵੱਡਾ ਮਾਰਕੇ ਵਾਲਾ ਕੰਮ, ਕੋਈ ਬਹੁਤ ਵੱਡੀਆਂ ਡਕੈਤੀਆਂ ਕੀਤੀਆਂ, ਕੋਈ ਇੱਦਾਂ ਦਾ ਝਗੜਾਲੂ ਸੁਭਾਅ ਦੇ ਲੋਕ ਜਿਵੇਂ ਪੇਂਡੂ ਹੁੰਦੇ ਨੇ ਤੇ ਲੋਕ ਉਹਨਾਂ ਕੋਲ ਕੰਨ ਭੰਨਦੇ ਨੇ ਥੋੜ੍ਹੇ ਜਿਹੇ ਵੀ ਮੈਂ ਕਿਉਂ ਇਹਦੇ ਮੂੰਹ ਲੱਗਣਾ ਆ, ਇਸ ਲੈਵਲ ਦਾ ਵਿਅਕਤੀ ਆ। ਤੇ ਜਿਵੇਂ ਪੁਰਾਣੇ ਸਮਿਆਂ 'ਚ ਕਹਿੰਦੇ ਹੁੰਦੇ ਸੀ ਬਦਮਾਸ਼ ਦੇ ਸਾਹਮਣੇ ਨਹੀਂ ਲੰਘਣਾ, ਜਾਂ ਬਦਮਾਸ਼ ਜਾਂ 10 ਨੰਬਰੀਏ ਲੋਕ ਜਿਨ੍ਹਾਂ ਨੂੰ ਗਿਣਦੇ ਸੀ, ਥਾਣਿਆਂ ਜਹਾਜ਼ੀਆਂ ਲੱਗਦੀਆਂ ਸੀ, ਅੱਜ ਕੱਲ੍ਹ ਉਹਨਾਂ ਨੂੰ ਝੱਟ-ਪੱਟ ਹੀ ਉਹ ਗੈਂਗਸਟਰ ਕਰਕੇ ਐਂ ਜਿੱਦਾਂ ਕੋਈ ਆਰਮੀ ਦਾ ਜਨਰਲ ਬਣਾ ਦਿੱਤਾ ਜਾਂਦਾ ਨਾ, ਇਸ ਤਰ੍ਹਾਂ ਦੀ ਖਬਰ ਜਿਹੜੀ ਆ ਉਹ ਫਲੈਸ਼ ਕਰ ਦਿੱਤੀ ਜਾਂਦੀ ਆ। ਤੇ ਇਹ ਖਬਰ ਕੱਲ੍ਹ ਦੀ ਕਾਫੀ ਚੱਲ ਰਹੀ ਆ, ਜੱਗੂ ਭਗਵਾਨਪੁਰੀ ਨੇ ਜੇਲ੍ਹ 'ਚ ਬੈਠੇ ਨੂੰ ਮਰਵਾ ਦਿੱਤਾ, ਇਹ ਹੋਇਆ ਉਹ ਹੋਇਆ। ਤੇ ਕਿਹਾ ਇਹ ਜਾ ਰਿਹਾ ਕਿ ਉਹ ਕੋਈ ਬਹੁਤ ਨਾਮੀ ਗ੍ਰਾਮੀ ਕੋਈ ਬਦਮਾਸ਼ ਨਹੀਂ ਸੀਗਾ, ਲੋਕਲ ਲੈਵਲ ਦਾ ਕੋਈ ਛੋਟਾ ਮੋਟਾ ਬਦਮਾਸ਼ ਸੀਗਾ। ਤੇ ਜਿੱਦਾਂ ਖਬਰ ਫਲੈਸ਼ ਕੀਤੀ ਜਾਂਦੀ ਆ ਉਹਦੇ ਤੋਂ ਤਾਂ ਇੱਦਾਂ ਲੱਗਦਾ ਕਿ ਉਹ ਬਹੁਤ ਵੱਡਾ, ਜਿਵੇਂ ਅੱਤਵਾਦ ਦੇ ਦੌਰਾਨ ਜਰਨਲ ਬਣੇ ਸੀ ਨਾ ਜੀ, ਫਲਾਣੇ ਜਰਨਲ ਨੇ ਉਹਦਾ ਲੈ ਲਿਆ ਆਪਣਾ ਕੋਈ ਐਕਸ਼ਨ ਕਰਕੇ ਉਹਦਾ ਆਪਣੇ ਸਿਰ ਲੈ ਲਿਆ, ਜ਼ਿੰਮੇਵਾਰੀ ਲੈ ਲਈ, ਇਸ ਤਰ੍ਹਾਂ ਦੀਆਂ ਖਬਰਾਂ ਬਣਾ ਦਿੰਦਾ ਮੀਡੀਆ ਕਿਤੇ ਨਾ ਕਿਤੇ। ਹਾਂ ਬਿਲਕੁਲ, ਤੁਸੀਂ ਜਿੱਦਾਂ ਪੁਰਾਣਾ ਦਹਿਸ਼ਤਗਰਦੀ ਦੇ ਦੌਰ ਦਾ ਜ਼ਿਕਰ ਕੀਤਾ, ਹਾਲੇ ਵੀ ਜੇ ਕਸ਼ਮੀਰ ਦੀ ਗੱਲ ਕਰੀਏ ਉੱਥੇ ਵੀ ਕਈ ਵਾਰੀ ਏਦਾਂ ਦੀਆਂ ਖਬਰਾਂ ਆਉਂਦੀਆਂ ਕਿ ਫਲਾਣਾ ਕਮਾਂਡਰ ਜਿਹੜਾ ਮਾਰਿਆ ਗਿਆ, ਐਂ ਲੱਗਦਾ ਜਿੱਦਾਂ ਪੈਰਲਰ ਆਰਮੀ ਹੁੰਦੀ ਹੈ। ਹਾਂਜੀ। ਤੇ ਏਦਾਂ ਹੀ ਪੰਜਾਬ ਦੇ ਦੌਰ 'ਚ ਅਸੀਂ ਦੇਖਿਆ ਕੋਈ ਜਰਨੈਲ ਬਣਾ ਦਿੱਤਾ ਗਿਆ, ਕੋਈ ਏਰੀਆ ਕਮਾਂਡਰ ਬਣਾ ਦਿੱਤਾ ਗਿਆ, ਬੜਾ ਕੁਝ। ਉਦੋਂ ਸਮਾਂ ਵੀ ਹੋਰ ਸੀ ਭਾਵੇਂ, ਤਾਂ ਵੀ ਇਹ ਸਾਰਾ ਕੁਝ ਹੋਇਆ। ਹੁਣ ਤਾਂ ਸਮਾਂ ਇਹ ਹੈ ਕਿ ਟੈਕਨੀਕ ਦਾ ਜ਼ਮਾਨਾ ਆ, ਸੋਸ਼ਲ ਮੀਡੀਆ ਦਾ ਜ਼ਮਾਨਾ ਆ। ਉਦੋਂ ਵੀ ਇਹ ਲਫ਼ਜ਼ ਵਰਤਿਆ ਜਾਂਦਾ ਸੀ ਵੀ ਆਪੂ ਬਣੇ ਏਰੀਆ ਕਮਾਂਡਰ, ਹਨਾ।
ਤੇ ਏਦਾਂ ਹੀ ਉਹ ਜਗਜੀਤ ਸਿੰਘ ਚੌਹਾਨ ਬਾਰੇ ਵਰਤਿਆ ਜਾਂਦਾ ਸੀ, ਆਪੂ ਬਣੇ ਖਾਲਿਸਤਾਨ ਦੇ ਰਾਸ਼ਟਰਪਤੀ। ਉਦੋਂ ਤਾਂ ਮੀਡੀਆ ਇੰਨਾ ਉਹਦਾ ਵਿਸਥਾਰ ਵੀ ਨਹੀਂ ਸੀ, ਪ੍ਰਿੰਟ ਮੀਡੀਆ ਹੀ ਸੀ, ਤੇ ਪ੍ਰਾਈਵੇਟ ਟੀਵੀ ਮੀਡੀਆ ਤਾਂ ਉਦੋਂ ਹੋਂਦ ਵਿੱਚ ਵੀ ਨਹੀਂ ਸੀ, ਤੇ ਨਾ ਹੀ ਸੋਸ਼ਲ ਮੀਡੀਆ ਸੀ। ਤੇ ਹੁਣ ਤਾਂ ਸੋਸ਼ਲ ਮੀਡੀਆ 'ਚ ਜੋ ਮਰਜ਼ੀ ਜਿਹੜਾ ਮਰਜ਼ੀ ਆਪ ਹੀ ਬਣ ਜਾਂਦਾ ਹੈ। ਸੋਸ਼ਲ ਮੀਡੀਆ ਤੇ 4 ਫੋਟੋਆਂ ਪਾਉਂਦੇ ਆ, ਇੱਕ ਪਿਸਤੌਲ ਲੈ ਕੇ, ਬੰਦੂਕ ਪਾ ਕੇ, ਤੇ ਉਹ ਬਣ ਜਾਂਦਾ ਜੀ ਗੈਂਗਸਟਰ ਬਣ ਜਾਂਦਾ ਹੈ। ਹੁੰਦੇ ਉਹੀ ਆ ਹਰ ਪਿੰਡ ਦੇ ਵਿੱਚ ਹੀ, ਆਮ ਤੌਰ ਦੇ ਉੱਤੇ ਹਰ ਸਮੇਂ ਦੇ ਦੌਰਾਨ। ਮਤਲਬ ਭਲਵਾਨ ਦਾ ਤੇ ਜਿਹੜਾ ਬਦਮਾਸ਼ ਦਾ ਜਿਹੜਾ ਜੀਵਨ ਹੈ ਨਾ ਚੜ੍ਹਤ ਦਾ, ਉਹ ਬਹੁਤੀ ਦੇਰ ਦਾ ਨਹੀਂ ਹੁੰਦਾ, ਉਹ 5-7 ਸਾਲਾਂ ਦਾ ਹੀ ਹੁੰਦਾ ਹੈ। ਤੇ ਭਲਵਾਨ ਜਿਹੜਾ ਆ ਫਿਰ ਉਹ ਜਿਹੜਾ ਚੜ੍ਹਤ ਦਾ ਸਮਾਂ ਵਿਆਹ ਕੇ ਜਿਹੜਾ ਆ ਉਹ ਆਪਣੇ ਗੋਡੇ ਦੁਖਣ ਲਾ ਲੈਂਦਾ, ਤੇ ਉਹ ਫਿਰ ਪਿੰਡ ਦੇ ਵਿੱਚ ਜਿਹੜੇ ਅਖਾੜੇ ਹੁੰਦੇ ਆ ਉਹ ਨਵੇਂ ਨਿਆਣਿਆਂ ਨੂੰ ਸਿਖਲਾਈ ਦਿੰਦਾ ਬਹਿ ਕੇ, ਤੇ ਸਰੀਰ ਚੱਲਣੋਂ ਹਟ ਜਾਂਦਾ। ਤੇ ਜਿਹੜਾ ਗੈਂਗਸਟਰ ਜਾਂ ਏਦਾਂ ਦਾ ਬਦਮਾਸ਼, ਹੁਣ ਗੈਂਗਸਟਰ ਆਪਾਂ ਕਹਿ ਰਹੇ ਜਿਹੜੇ ਬਦਮਾਸ਼ ਹੁੰਦੇ ਆ, ਇਹਨਾਂ ਦੀ ਉਮਰ ਜਿਹੜੀ ਹੈ, ਮਤਲਬ ਇਹਨਾਂ ਦੀ ਚੜ੍ਹਤ ਦਾ ਦੌਰ ਵੀ 5-7 ਸਾਲ ਦਾ ਹੁੰਦਾ, ਤੇ ਇਹਨਾਂ ਦੀ ਉਮਰ ਵੀ ਕਈ ਵਾਰੀ ਇੰਨੀ ਕੀ ਹੁੰਦੀ ਆ, ਉਸ ਸਮੇਂ ਦੇ ਦੌਰਾਨ ਹੀ ਇਹ ਮਾਰੇ ਮੂਰੇ ਜਾਂਦੇ ਆ। ਪਿੰਡਾਂ ਦੇ ਵਿੱਚ ਬਦਮਾਸ਼ ਏਦਾਂ ਮਰਦੇ ਰਹੇ, ਉਹ ਕਈ ਵਾਰੀ ਆਖਰੀ ਉਮਰ ਵੀ ਨਹੀਂ ਆਪਣੀ ਜਿਹੜੀ ਉਹ ਤੱਕ ਪਹੁੰਚਦੇ। ਕੁਝ ਬਹੁਤ ਰੇਅਰ ਹੁੰਦੇ ਸੀ ਜਿਹੜੇ ਆਖਰੀ ਉਮਰ ਤੱਕ ਪਹੁੰਚ ਜਾਂਦੇ ਸੀ, ਤੇ ਫਿਰ ਉਹ ਆਖਰੀ ਉਮਰ ਤੱਕ ਪਹੁੰਚਦੇ ਭਗਤ ਬਣ ਜਾਂਦੇ ਸੀ। ਸਾਰਾ ਉਮਰ ਜਿਹੜੀ 5-7-10 ਸਾਲ ਉਹਨਾਂ ਨੇ ਬਦਮਾਸ਼ੀ ਕੀਤੀ ਹੁੰਦੀ ਸੀ, ਫਿਰ ਆਖਰੀ ਉਮਰ ਦੇ ਵਿੱਚ ਉਹ ਸਿਆਣਪ ਦੇ ਭੰਡਾਰ ਬਣ ਜਾਂਦੇ ਸੀ। ਤੇ ਹੁਣ ਜਿਹੜੇ ਆ ਇਹ ਬਦਮਾਸ਼ ਜਿਹੜੇ ਆ ਉਹ ਗੈਂਗਸਟਰ ਆ, ਤੇ ਉਹ ਗੈਂਗਸਟਰ ਸੋਸ਼ਲ ਮੀਡੀਆ ਤੇ ਆਪ ਹੀ ਬਣ ਜਾਂਦੇ ਆ। ਤੇ ਫਿਰ ਜਿਹੜੇ ਛੋਟੇ ਮੋਟੇ ਜਿਹੜੇ ਝਗੜੇ ਹੁੰਦੇ ਆ ਗੈਂਗਸਟਰਸ ਦੇ, ਜਿਹੜੇ ਆਪਣੇ ਆਪ ਹੀ ਗੈਂਗਸਟਰ ਬਣੇ ਹੁੰਦੇ ਆ, ਕੋਈ ਜੇਲ੍ਹ ਚਲ ਜਾਂਦਾ, ਤੇ ਉਹ ਝਗੜਿਆਂ ਦੇ ਵਿੱਚ ਹੀ ਇੱਕ ਦੂਜੇ ਨੂੰ ਮਾਰਨ ਵੱਲ ਤੁਰ ਪੈਂਦੇ ਆ। ਜੱਗੂ ਭਗਵਾਨਪੁਰੀਆ ਉਹਨੇ ਜ਼ਿੰਮੇਵਾਰੀ ਲੈ ਲਈ ਵੀ ਅਸੀਂ ਮਾਰਿਆ ਇਹਨੂੰ, ਕਿਉਂ ਮਾਰਿਆ ਕਿਉਂ ਨਹੀਂ ਮਾਰਿਆ ਦੀਆਂ ਡਿਟੇਲਸ ਨਹੀਂ ਉਹਨੇ ਸ਼ੇਅਰ ਕੀਤੀਆਂ, ਪਰ ਇਹ ਕਿਹਾ ਕਿ ਅਸੀਂ ਮਾਰਿਆ, ਅਸੀਂ ਜ਼ਿੰਮੇਵਾਰੀ ਲੈਂਦੇ ਹਾਂ। ਸੋ ਇਹ ਪੰਜਾਬ ਦਾ ਇੱਕ ਨਵਾਂ ਟ੍ਰੈਂਡ ਹੈ ਜਿਹੜਾ ਬੜਾ ਖਤਰਨਾਕ ਹੈ, ਤੇ ਇਹਦੇ ਤੋਂ ਵੀ ਬਚਣ ਦੀ ਜ਼ਰੂਰਤ ਹੈ। ਖਾਸ ਤੌਰ ਤੇ ਸਾਡੇ ਨਵੇਂ ਬੱਚਿਆਂ ਨੂੰ ਇਸ ਤਰ੍ਹਾਂ ਦੇ ਮਾਹੌਲ ਤੋਂ ਬਚਾਉਣ ਦੀ ਜ਼ਰੂਰਤ ਹੈ। ਪਰ ਉਹ ਸਾਰਾ ਕੁਝ ਫਿਰ ਉੱਥੇ ਆ ਜਾਂਦਾ ਹੈ ਵੀ ਜੇ ਤੁਸੀਂ ਯੂਥ ਨੂੰ ਕਿਸੇ ਚੰਗੇ ਪਾਸੇ ਲਾਇਆ ਹੋਵੇ ਤਾਂ ਫਿਰ ਏਦਾਂ ਦੇ ਪਾਸੇ ਉਹ ਨਾ ਲੱਗੇ, ਪਰ ਜੇ ਚੰਗੇ ਪਾਸੇ ਵੀ ਲਾ ਦੋ ਤਾਂ ਵੀ ਇੱਕ ਅੱਧਾ ਬੰਦਾ ਤਾਂ ਪਿੰਡ ਦੇ ਵਿੱਚੋਂ ਏਦਾਂ ਦਾ ਨਿਕਲ ਹੀ ਆਉਂਦਾ ਹੁੰਦਾ, ਤੇ ਆਪਣੀ એનર્ਜੀ ਜਿਹੜੀ ਆ ਉਹ ਕਿਤੇ ਹੋਰ ਚੈਨਲਾਈਜ਼ ਕਰਨ ਦੀ ਥਾਂ ਦੇ ਉੱਤੇ ਏਦਾਂ ਦੇ ਕੰਮਾਂ 'ਚ ਚੈਨਲਾਈਜ਼ ਕਰ ਦਿੰਦੇ ਆ। ਸੋ ਇੱਕ ਸਾਡੀ ਵੱਡੀ ਪ੍ਰੋਬਲਮ ਇਹ ਬਣੀ ਹੋਈ ਹੈ। ਬਿਲਕੁਲ ਦਸਾਂਝ ਸਾਹਿਬ, ਇਹਦੇ ਪਿੱਛੇ ਵੀ ਕਿਤੇ ਨਾ ਕਿਤੇ ਗੈਂਗਸਟਰ ਬਣਾਉਣ 'ਚ, ਉਹਨਾਂ ਨੂੰ ਉੱਪਰ ਚੁੱਕਣ ਦੇ ਵਿੱਚ ਸਿਆਸੀ ਲੋਕਾਂ ਦਾ ਹੀ ਹੱਥ ਹੁੰਦਾ, ਔਰ ਉਹਨਾਂ ਨੇ ਲੋਕਾਂ ਕੋਲ ਆਪਣੇ ਕੰਮ ਲੈਣੇ ਹੁੰਦੇ ਆ। ਔਰ ਦੂਸਰਾ, ਪੁਲਿਸ ਵੀ ਜਿਹੜੀ ਆ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈ ਕਿਸੇ ਨਾ ਕਿਸੇ ਤਰੀਕੇ ਸਿਆਸੀ ਵਿਅਕਤੀਆਂ ਦੇ ਕਹਿਣ ਦੇ ਉੱਤੇ, ਤਾਂ ਕਰਕੇ ਉਹਨਾਂ ਦੇ ਹੌਸਲੇ ਜਿਹੜੇ ਵੱਧ ਜਾਂਦੇ ਆ, ਤੇ ਉਹ ਫਿਰ ਅੱਗੇ ਦੀ ਅੱਗੇ ਕਈ ਵਾਰ ਉਹਨਾਂ ਲੋਕਾਂ ਦੇ ਵੀ ਹੱਥੋਂ ਨਿਕਲ ਜਾਂਦੇ ਆ ਜਿਨ੍ਹਾਂ ਨੇ ਉਹ ਪਾਲੇ ਹੁੰਦੇ ਆ ਇਹ ਲੋਕ। ਸੋ ਓਲੰਪਿਕ ਦੀ ਗੱਲ ਕਰ ਲਈਏ, ਹਾਕੀ 'ਚ ਤੇ ਦੋਨੇ ਪਾਸਿਓਂ ਹੀ ਥੋੜ੍ਹੀ ਜਿਹੀ ਜਿਹੜੀ ਉਮੀਦ ਵੱਜੀ ਸੀ ਉਹ ਟੁੱਟ ਗਈ, ਤੇ ਹੁਣ ਕੁਝ ਛੋਟੇ ਮੋਟੇ ਮੈਡਲ ਜਿਹੜੇ ਆ ਉਹ ਸ਼ਾਇਦ ਮਿਲ ਜਾਣਗੇ ਹਾਕੀ 'ਚ, ਤੇ ਪਤਾ ਨਹੀਂ ਬਾਕੀ ਗੇਮਾਂ 'ਚ ਕੁਝ ਨਾ ਕੁਝ ਕਾਰਜਕਾਰੀ ਜਿਹੜੀ ਉਹ ਦਿਖ ਰਹੀ ਆ। ਕਿਸ ਤਰ੍ਹਾਂ ਦਾ ਲੱਗਦਾ ਓਲੰਪਿਕ ਨੂੰ ਲੈ ਕੇ ਮਾਹੌਲ ਹੋਣਾ ਭਾਰਤ ਦਾ ਖਾਸ ਕਰਕੇ? ਇਸ ਤੋਂ ਪਹਿਲਾਂ ਮੈਂ ਓਲੰਪਿਕ ਦੀ ਥੋੜੀ ਗੱਲ ਕਰਾਂ। ਹੁਣੇ ਤਾਜ਼ੀ ਖਬਰ ਜਿਹੜੀ ਆਈ ਆ ਉਹ ਹੈ ਕਿ ਜਿਹਦੇ 'ਚ ਬਹੁਤ ਵਿਰੋਧ ਸੀ ਕਿਸਾਨ ਅੰਦੋਲਨ ਦਾ, 2 ਮੁੱਦੇ ਨੇ, ਜਿਵੇਂ ਇੱਕ ਬਿਜਲੀ ਸੋਧ ਬਿੱਲ ਵਾਲਾ ਮਾਮਲਾ ਤੇ ਇੱਕ ਪਰਾਲੀ ਸਾੜਨ ਦਾ ਜਿਹੜਾ ਇੱਕ ਮੁੱਦਾ ਹੈ। ਲੋਕ ਸਭਾ 'ਚ ਪਰਾਲੀ ਸਾੜਨ ਉੱਪਰ ਬਹੁਤ ਹੈਵੀ ਜੁਰਮਾਨਾ ਲਾਉਣ ਦਾ ਬਿੱਲ ਜਿਹੜਾ ਆ ਅੱਜ ਪਾਸ ਹੋ ਗਿਆ। ਸੋ ਇੱਕ ਪਾਸੇ ਕਿਸਾਨਾਂ ਦੇ ਸਭ ਤੋਂ ਵੱਡੇ ਹਿਤੈਸ਼ੀ ਕਹਾਉਣਾ, ਤੇ ਦੂਜੇ ਪਾਸੇ ਮੰਨਣ ਤੋਂ ਬਾਅਦ ਇਹ ਦੋਨੋਂ ਗੱਲਾਂ ਮੰਨੀਆਂ ਅਸੀਂ 11 ਦੌਰ ਦੀ ਮੀਟਿੰਗ ਦੇ ਵਿੱਚ ਸਰਕਾਰ ਨੇ ਕਿ ਅਸੀਂ ਪਰਾਲੀ ਵਾਲਾ ਮੁੱਦਾ ਜਿਹੜਾ ਹੈ ਉਹ ਵੀ ਨਹੀਂ ਲੈ ਕੇ ਆਵਾਂਗੇ, ਤੇ ਬਿਜਲੀ ਸੋਧ ਬਿੱਲ ਵੀ ਨਹੀਂ ਲੈ ਕੇ ਆਉਂਦੇ। ਪਰ ਇਹ ਦੋਨੋਂ ਮੁੱਦੇ ਲਿਆਂਦੇ ਗਏ ਆ ਬਿੱਲ ਦੇ ਰੂਪ ਦੇ ਵਿੱਚ। ਅੱਜ ਉਹ ਪਰਾਲੀ ਵਾਲਾ ਜਿਹੜਾ ਪਾਸ ਕਰ ਦਿੱਤਾ ਹੈ, ਅੱਜ ਭਲਕੇ ਤੁਸੀਂ ਦੇਖੋਗੇ ਬਿਜਲੀ ਸੋਧ ਬਿੱਲ ਵੀ ਜਿਹੜਾ ਪਾਸ ਕਰ ਦੇਣਾ। ਜਿਹੜੀ ਸਰਕਾਰ ਇਸ ਢੀਠਤਾਈ ਨਾਲ, ਬੇਸ਼ਰਮੀ ਨਾਲ ਲੱਗੀ ਹੋਈ ਹੈ, ਉਹ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ ਕਿਸੇ ਵੀ ਲੈਵਲ ਤੇ। ਬਿਲਕੁਲ ਹੁਣੇ ਖਬਰ ਸਾਡੇ ਕੋਲ ਪਹੁੰਚੀ ਸੀ। ਤੇ ਦੂਜੀ ਗੱਲ, ਓਲੰਪਿਕ ਦੀ ਜਿਹੜੀ ਗੱਲ ਕਰਦੇ ਆ, ਤੇ ਓਲੰਪਿਕ ਦੇ ਵਿੱਚ ਉਮੀਦ ਹਾਲੇ ਵੀ ਬਰਕਰਾਰ ਹੈ। ਠੀਕ ਹੈ, ਅਸੀਂ 골ਡ ਮੈਡਲ ਦੀ ਦੌੜ ਚੋਂ ਬਾਹਰ ਹੋ ਗਏ ਹਾਂ। ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ, ਮੇਰੇ ਖਿਆਲ ਭਾਰਤ ਦੇ ਵਿੱਚ 7 ਵਜੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਤੇ ਮੈਚ ਸ਼ੁਰੂ ਹੋ ਚੁੱਕਾ ਹੋਏਗਾ ਜਿਹੜਾ ਜਰਮਨੀ ਦੇ ਨਾਲ ਹੈ। ਭਾਰਤੀ ਹਾਕੀ ਟੀਮ ਦਾ ਪੁਰਸ਼ਾਂ ਦਾ ਮੈਚ ਜਰਮਨੀ ਨਾਲ ਹੈ 3ਜੇ ਸਥਾਨ ਲਈ, ਤੇ ਉਮੀਦ ਕਰੀਏ ਵੀ ਅੱਜ ਜਰਮਨੀ ਨੂੰ ਹਰਾ ਕੇ ਘੱਟੋ ਘੱਟ ਅਸੀਂ 3ਜਾ ਥਾਂ ਹਾਸਲ ਕਰ ਸਕੀਏ। ਤੇ ਏਦਾਂ ਹੀ ਭਾਰਤੀ ਕੁੜੀਆਂ ਜਿਹੜੀਆਂ ਉਹਨਾਂ ਨੇ ਬੜੇ ਬੈਟਰ ਪਰਫਾਰਮ ਕੀਤਾ, ਸੈਮੀਫਾਈਨਲ ਤੱਕ ਪਹੁੰਚੇ। ਆਸਟ੍ਰੇਲੀਆ ਵਰਗੀ ਟੀਮ ਨੂੰ ਹਰਾ ਕੇ, ਅਰਜਨਟਾਈਨ ਦਾ ਜਿਹੜਾ
ਦੁਨੀਆ ਦੀ ਨੰਬਰ 2 ਟੀਮ, ਉਹਦੇ ਨਾਲ ਵੀ ਕੱਲ ਕਾਫੀ ਸਖਤ ਮੁਕਾਬਲੇ 'ਚ ਸੀ ਸਾਡੀ ਟੀਮ। ਪਹਿਲਾ ਗੋਲ ਵੀ ਸਾਡੀ ਟੀਮ ਨੇ ਕੀਤਾ, ਗੁਰਜੀਤ ਕੌਰ ਨੇ ਕੀਤਾ, ਪਰ ਫਿਰ ਉਹ ਸਾਂਭ ਨਹੀਂ ਸਕੇ। ਆਖਰੀ ਕੁਆਟਰ ਤੱਕ ਜਾਂਦੇ ਜਾਂਦਾ 2-1 ਨਾਲ ਭਾਰਤ ਹਾਰਿਆ। ਪਰ ਹਾਲੇ ਵੀ ਸੈਮੀਫਾਈਨਲ ਤੋਂ ਬਾਅਦ ਜਿਹੜਾ ਤੀਜੇ ਨੰਬਰ ਦਾ ਭੇੜ ਹੈ ਉਹ ਹਾਲੇ ਹੋਣਾ ਹੈ ਬਰਤਾਨੀਆ ਨਾਲ ਫੇਰ। ਭਾਵੇਂ ਲੀਗ ਮੈਚ ਦੇ ਵਿੱਚ ਬਰਤਾਨੀਆ ਤੋਂ ਅਸੀਂ 4-1 ਨਾਲ ਹਾਰ ਚੁੱਕੇ ਹਾਂ, ਪਰ ਜਿਹੜਾ ਹੌਸਲਾ ਬੁਲੰਦ ਹੋਇਆ ਇਸ ਟੀਮ ਦਾ ਸੈਮੀਫਾਈਨਲ ਤੱਕ ਪਹੁੰਚਦਿਆਂ ਵੀ ਆਸਟ੍ਰੇਲੀਆ ਨੂੰ ਹਰਾਉਣਾ, ਅਰਜਨਟਾਈਨਾ ਦੀ ਟੀਮ ਨਾਲ ਬਰਾਬਰ ਦੀ ਟੱਕਰ ਦੇ ਜਾਣਾ, ਭਾਵੇਂ ਬਹੁਤ ਹੀ ਡਿਫੈਂਸਿਵ ਰਹੇ ਆ ਪਰ ਉਹਦੇ ਬਾਵਜੂਦ ਬਚਾਅ ਕਰਨਾ। ਤੇ ਉਮੀਦ ਰਹੇਗੀ ਵੀ ਸ਼ਾਇਦ ਅਸੀਂ ਕੁੜੀਆਂ ਦੀ ਹਾਕੀ ਟੀਮ ਵੀ ਜਿਹੜੀ ਕਾਂਸੀ ਦਾ ਤਮਗਾ ਜਿੱਤੇਗੀ। ਮੁੰਡਿਆਂ ਦੀ ਟੀਮ ਤਾਂ ਹੁਣ ਇਸ ਵੇਲੇ ਮੈਦਾਨ 'ਚ ਹੈ ਤੇ ਇੱਕ ਅੱਧੇ ਘੰਟੇ ਦੇ ਵਿੱਚ ਤੈਅ ਹੋ ਜਾਏਗਾ ਕਿ ਅਸੀਂ ਕਾਂਸੀ ਦਾ ਤਮਗਾ ਜਿੱਤ ਰਹੇ ਜਾਂ ਨਹੀਂ। ਦੂਜੀਆਂ ਖੇਡਾਂ ਦੇ ਵਿੱਚ ਚੰਗੀ ਖਬਰ ਇਹ ਹੈ ਕਿ ਇੱਕ ਰੈਸਲਰ ਸਾਡਾ ਜਿਹੜਾ ਆ 23 ਸਾਲ ਦਾ ਮੁੰਡਾ ਤੇ ਦਹੀਆ, ਰਵੀ ਦਹੀਆ, ਜਿਹੜਾ ਉਹਨੇ ਕਮਾਲ ਕਰਤੀ। ਕਜ਼ਾਕਿਸਤਾਨ ਦੇ ਪਹਿਲਵਾਨ ਤੋਂ ਪਛੜ ਰਿਹਾ ਸੀ 5-9 ਤੇ ਕੱਲ ਸੈਮੀਫਾਈਨਲ ਦੇ ਵਿੱਚ, ਤੇ ਆਖਰ ਦੇ ਵਿੱਚ ਧੋਬੀ ਪਟਕਾ ਮਾਰਿਆ ਤੇ ਉਹਦੀ ਪਿੱਠ ਲਾਤੀ ਤੇ ਘੱਟ ਨੰਬਰ ਹੋਣ ਦੇ ਬਾਵਜੂਦ ਵੀ ਉਹ ਜਿੱਤ ਗਿਆ ਤੇ ਚਾਂਦੀ ਦਾ ਤਮਗਾ ਉਹਨੇ ਪੱਕਾ ਕਰ ਲਿਆ। ਗੋਲਡ ਵੀ ਜਿੱਤ ਸਕਦਾ ਫਾਈਨਲ 'ਚ। ਪਰ ਇੱਥੇ ਦੱਸਣ ਵਾਲੀ ਗੱਲ ਇੱਕ ਮੈਂ ਜ਼ਰੂਰੀ ਹੈ ਵੀ ਉਹ ਤਸਵੀਰਾਂ ਵਾਇਰਲ ਹੋ ਗਈਆਂ। ਉਹ ਜਿਹੜਾ ਕਜ਼ਾਕਿਸਤਾਨ ਦਾ ਪਹਿਲਵਾਨ ਸੀ, ਉਹ ਇਸ ਲੜਾਈ ਦੇ ਦੌਰਾਨ ਜਦੋਂ ਰੈਸਲਿੰਗ ਇਹਨਾਂ ਦੀ ਹੋ ਰਹੀ ਸੀ ਤੇ ਉਹ ਬਾਰ-ਬਾਰ ਉਹਦੇ ਦੰਦੀਆਂ ਵੱਢ ਰਿਹਾ ਸੀ ਤੇ ਉਹਦੀ ਬਾਂਹ ਦਾ ਮਾਸ ਜਿਹੜਾ ਚੂਣ ਕੇ ਉਹ ਲੈ ਗਿਆ ਤੇ ਉਹਨੇ, ਸਾਡੇ ਪਹਿਲਵਾਨ ਨੇ ਬਾਰ-ਬਾਰ ਸ਼ਿਕਾਇਤ ਵੀ ਕੀਤੀ ਰੈਫਰੀ ਕੋਲ, ਪਰ ਉਹਦੀ ਕੋਈ ਸੁਣਵਾਈ ਨਹੀਂ ਹੋਈ। ਕਜ਼ਾਕਿਸਤਾਨ ਦੇ ਪਹਿਲਵਾਨ ਤੇ ਕੋਈ ਸਖਤੀ ਨਹੀਂ ਕੀਤੀ ਗਈ। ਇਹ ਗਨੀਮਤ ਹੈ ਕਿ ਇਹ ਪਹਿਲਵਾਨ ਨੇ ਧੋਬੀ ਪਟਕਾ ਮਾਰ ਕੇ ਉਹਨੂੰ ਚਿੱਤ ਕਰ ਦਿੱਤਾ ਤੇ ਉਹ ਜਿੱਤ ਗਿਆ। ਨਹੀਂ ਤਾਂ ਜਿਸ ਢੰਗ ਦੇ ਨਾਲ ਉਹਦੀ ਦੰਦੀਆਂ ਵੱਢੀਆਂ, ਉਹਦਾ ਮਾਸ ਨੋਚ ਕੇ ਲੈ ਗਿਆ, ਉਹਦੀ ਤਸਵੀਰ ਵਾਇਰਲ ਹੋ ਗਈ ਆ। ਤੇ ਇਹ ਆਪਣੇ ਆਪ 'ਚ ਸਭ ਤੋਂ ਜ਼ਿਆਦਾ ਸ਼ਰਮਨਾਕ ਘਟਨਾ ਸ਼ਾਇਦ ਓਲੰਪਿਕ ਦੀ ਹੈ। ਇੱਕ ਪਾਸੇ ਇੱਕ ਘਟਨਾ ਮੈਂ ਸੁਣ ਰਿਹਾ ਸੀ ਵੀ ਇੱਕ ਖਿਡਾਰੀ ਸੀ ਤੇ ਉਹਨਾਂ ਨੇ ਲਗਭਗ ਬਰਾਬਰ ਦੀ ਛਾਲ ਲਾਈ ਸੀ ਸੇਮ, ਜੀ ਜੀ। ਤੇ ਉਹ ਸ਼ਾਇਦ ਅਫਰੀਕਨ ਮੂਲ ਦਾ ਖਿਡਾਰੀ ਸੀ ਤੇ ਫਿਰ ਉਹ ਕਹਿੰਦੇ ਸੀ ਵੀ ਇੱਕ ਲਾਸਟ ਛਾਲ ਕਤਰ ਮਾਰ ਦੇ ਲਓ। ਸੀ ਇਟਲੀ ਦੇ ਖਿਡਾਰੀ ਦੇ ਹਾਂਜੀ, ਨਾਲ, ਔਰ ਕਤਰ ਦੇ ਖਿਡਾਰੀ ਨੇ ਇਹ ਇਟਲੀ ਦੀ ਜਿਹੜੀ ਖਿਡਾਰੀ ਦਲੇਰੀ ਸੀ। ਦਿਖਾਈ ਜੀ, ਇਹ ਇਤਿਹਾਸ ਸਿਰਜਿਆ ਗਿਆ ਵੀ ਉਹ ਵੀ ਬੜੀ ਵੱਡੀ ਗੱਲ ਹੋਈ ਜੀ। ਬਹੁਤ ਵੱਡੀ ਗੱਲ ਹੋਈ ਆ ਜੀ। ਤੇ ਉਹ ਗਿਆ ਉਹਦੇ ਕੋਲ ਅੰਪਾਇਰ ਰੈਫਰੀ ਕੋਲ ਤੇ ਉਹਨੇ ਕਿਹਾ ਵੀ ਏਦਾਂ ਨਹੀਂ ਹੋ ਸਕਦਾ ਵੀ ਇਹਦੇ ਸੱਟ ਲੱਗੀ ਆ, ਵੀ ਸਾਨੂੰ ਦੋਨਾਂ ਨੂੰ ਕੋਈ ਏਦਾਂ ਦੀ ਵਿਧੀ ਨਹੀਂ ਹੈਗੀ, ਦੋਨਾਂ ਨੂੰ ਗੋਲਡ ਮੈਡਲ ਦੇ ਦਿਓ। ਤੇ ਫਿਰ ਉਹ ਕਿਤਾਬ ਫਰੋਲੀ ਗਈ ਤੇ ਉਹ 'ਚੋਂ ਲੱਭ ਗਿਆ ਤੇ ਦੋਨਾਂ ਨੂੰ ਗੋਲਡ ਮੈਡਲ ਮਿਲਿਆ। ਤੇ ਉਹ ਇਟਲੀ ਦਾ ਖਿਡਾਰੀ ਨੇ ਮਤਲਬ ਹੰਝੂਆਂ ਦੇ ਨਾਲ ਕਿਵੇਂ ਇਸ ਸਾਰੀ ਚੀਜ਼ ਨੂੰ ਪ੍ਰਵਾਨ ਕੀਤਾ। ਤੇ ਇਹ ਤੋਂ ਵੱਡੀ ਮਿਸਾਲ ਕੋਈ ਨਹੀਂ। ਇੱਕ ਪਾਸੇ ਉਹ ਮਿਸਾਲ ਹੈ, ਦੂਜੇ ਪਾਸੇ ਮਤਲਬ ਜਿਹੜੀ ਖੇਡ ਭਾਵਨਾ ਦੀ ਅਸੀਂ ਗੱਲ ਕਰਦੇ ਹਾਂ ਉਹਦਾ ਕਿੱਦਾਂ ਮਤਲਬ ਉਸ ਖਿਡਾਰੀ ਦੇ, ਕਜ਼ਾਕਿਸਤਾਨ ਦੇ ਪਹਿਲਵਾਨ ਨੇ ਕਿਵੇਂ ਉਹਦੀ ਉਲੰਘਣਾ ਕੀਤੀ ਤੇ ਬੁਰੀ ਤਰ੍ਹਾਂ, ਤੇ ਜਿਹੜੇ ਪ੍ਰਬੰਧਕ ਆ ਉਹਨਾਂ ਨੇ ਵੀ ਇਹਦੇ ਤੇ ਧਿਆਨ ਨਹੀਂ ਦਿੱਤਾ। ਤੇ ਬਾਅਦ ਵਿੱਚ ਹੁਣ ਉਹ ਬੱਚਾ ਜਿਹੜਾ ਸਾਡਾ 23 ਸਾਲ ਦਾ ਮੁੰਡਾ, ਉਹ ਗੋਲਡ ਮੈਡਲ ਲਈ ਜਦੋਂ ਲੜੇਗਾ ਉਹਦੀ ਬਾਂਹ ਤਕਲੀਫ ਕਰੇਗੀ ਤੇ ਕਿਵੇਂ ਉਹ ਫਾਈਨਲ ਮੁਕਾਬਲੇ 'ਚ ਲੜ ਸਕੇਗਾ। ਇਹ ਆਪਣੇ ਆਪ ਦੇ ਵਿੱਚ ਇੱਕ ਸਗੋਂ ਇਹਦੇ ਤੇ ਇਹ ਆ ਵੀ ਉਹ ਜਿਹੜਾ ਹਾਰਿਆ ਹੁਣ, ਉਹਦੇ ਤੇ ਘੱਟੋ ਘੱਟ ਇੰਨੀ ਪਾਬੰਦੀ ਤਾਂ ਹੋਵੇ ਵੀ ਉਹ ਤੀਜੇ ਸਥਾਨ ਵਾਸਤੇ ਲੜ ਨਾ ਸਕੇ। ਤੇ ਜਿਹੜਾ ਤੀਜੇ ਚੌਥੇ ਲਈ ਜਿਹੜੀ ਲੜਾਈ ਹੋਣੀ ਹੈ ਉਹਦੇ 'ਚ ਉਹਨੂੰ ਕਿਉਂ ਨਹੀਂ ਬਾਹਰ ਕੀਤਾ ਜਾਂਦਾ। ਸੋ ਕੁਝ ਚੀਜ਼ਾਂ ਹੋਈਆਂ ਨੇ, ਜਿੱਦਾਂ ਸਾਡੀ ਜਿਹੜੀ ਮੈਰੀ ਕਾਮ ਦੇ ਨਾਲ ਜਿਸ ਢੰਗ ਦੇ ਨਾਲ ਬਿਹੇਵ ਹੋਇਆ, ਤਿੰਨੇ ਰਾਊਂਡਸ ਦੇ ਵਿੱਚੋਂ 2 ਰਾਊਂਡ ਜਿੱਤਣ ਦੇ ਬਾਵਜੂਦ ਵੀ ਉਹਨੂੰ ਹਾਰਿਆ ਹੋਇਆ ਐਲਾਨ ਦਿੱਤਾ। ਸੋ ਖੈਰ ਇੱਕ ਹੋਰ ਕੁੜੀ ਨੇ ਸਾਡੀ ਨੇ ਕਾਂਸੀ ਦਾ ਤਮਗਾ ਜਿੱਤਿਆ। ਸੋ ਕੁੱਲ ਮਿਲਾ ਕੇ ਸਾਡੇ ਕੋਲ 3 ਤਮਗੇ ਤਾਂ ਹੋ ਗਏ ਨੇ। ਚੌਥੇ ਤਮਗੇ ਦੀ ਆਸ ਜਿਹੜੀ ਹੈ ਇਸ ਵੇਲੇ ਚੱਲ ਰਹੀ ਹੈ ਸਾਡੇ ਸਾਹਮਣੇ, ਜਰਮਨੀ ਨਾਲ ਮੁਕਾਬਲਾ। 5ਵੇਂ ਤਮਗੇ ਦੀ ਆਸ ਹੋਰ ਹੈ ਸਾਡੀ ਕੁੜੀਆਂ ਤੋਂ। ਇੱਕ ਤਮਗਾ ਹੋਰ ਜਿਹੜਾ ਪੱਕਾ ਹੀ ਹੋ ਗਿਆ 6ਵੇਂ ਤਮਗੇ ਦੇ ਰੂਪ ਦੇ ਵਿੱਚ, ਜਿਹਦਾ ਜ਼ਿਕਰ ਕੀਤਾ ਪਹਿਲਵਾਨ ਦਾ ਆਪਾਂ। ਸੋ ਕੋਸ਼ਿਸ਼ ਇਹ ਹੈ ਭਾਰਤੀ ਖਿਡਾਰੀਆਂ ਦੀ ਉਹ ਚੰਗਾ ਪਰਫਾਰਮ ਕਰਨ ਤੇ ਉਮੀਦ ਵੀ ਸਾਨੂੰ ਰੱਖਣੀ ਚਾਹੀਦੀ ਹੈ। ਪਰ ਨਾਲ ਦੀ ਨਾਲ 138 ਕਰੋੜ ਆਬਾਦੀ ਦਾ ਜਦੋਂ ਜ਼ਿਕਰ ਕਰਦੇ ਆ ਤੇ ਬਾਕੀ ਮੁਲਕਾਂ ਨੂੰ ਦੇਖਦੇ ਆ ਤੇ ਅਸੀਂ ਬਹੁਤ ਛੋਟੇ ਦਿਖਾਈ ਦਿੰਦੇ ਇਸ ਮਾਮਲੇ 'ਚ। ਅਸੀਂ ਜੇ ਸੁਪਰ ਪਾਵਰ ਬਣਨ ਦੇ ਦਾਅਵੇ ਕਰਦੇ ਆ ਇਕਨੋਮੀ ਦੇ ਵਿੱਚ, ਬਾਕੀ ਖੇਤਰਾਂ 'ਚ, ਤਾਂ ਸਪੋਰਟਸ ਵੀ ਇੱਕ ਤਰੀਕਾ ਹੁੰਦਾ ਆਪਣੇ ਆਪ ਨੂੰ ਸੁਪਰ ਪਾਵਰ ਜਿਹੜਾ ਪ੍ਰਦਰਸ਼ਿਤ ਕਰਨ ਦਾ। ਉਹਦੇ ਵੱਲ ਵੀ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਬਿਲਕੁਲ ਬਿਲਕੁਲ ਠੀਕ ਹੈ ਆਪਣੇ ਦਸਾਂਝ ਸਾਹਿਬ। ਤੇ ਉਮੀਦ ਕਰਨੀ ਚਾਹੀਦੀ ਆ ਕਿ ਸਾਡੀਆਂ ਇਹ ਜਿਹੜੀਆਂ ਜਿੱਤਾਂ ਤੇ ਹਾਰਾਂ ਨੇ ਇਹਨਾਂ ਤੋਂ ਸਬਕ ਸਿੱਖਦੇ ਹੋਏ ਅਸੀਂ ਅਗਲੀ ਜਿਹੜੀ ਓਲੰਪਿਕ ਹੈ ਉਹਦੀ ਤਿਆਰੀ ਹੁਣ ਤੋਂ ਆਰੰਭ ਦੇਣਗੇ। ਸਾਡੀ ਸਰਕਾਰ ਕਹਿ ਰਹੀ ਆ ਕਿ ਅਸੀਂ ਬਹੁਤ ਵਧੀਆ ਟੀਮਾਂ ਤਿਆਰ ਕੀਤੀਆਂ, ਸਭ ਤੋਂ ਵੱਧ ਖਿਡਾਰੀ ਇਸ ਵਾਰ ਭੇਜੇ ਆ
ਤੇ ਉਹਦੇ ਲਈ ਜਿੱਦਾਂ ਆਪਾਂ ਕੱਲ ਵੀ ਗੱਲ ਕਰਦੇ ਸੀ ਕਿ ਇਨਫਰਾਸਟ੍ਰਕਚਰ ਜਿਹੜਾ ਚਾਹੀਦਾ ਉਹਨੂੰ ਬਣਾਉਣ ਤੇ ਚੰਗੇ ਖਿਡਾਰੀ ਭਾਰਤ ਵਿੱਚ ਹਨ। ਉਹ ਖੇਡਦੇ ਜਿਹੜੇ ਖਿਡਾਰੀ ਨੇ ਉਹ ਤੰਗੀਆਂ ਤੁਰਸ਼ੀਆਂ ਕੱਟ ਕੇ ਵੀ ਆਪਣੇ ਜਜ਼ਬੇ ਨਾਲ ਖੇਡ ਜਾਂਦੇ ਨੇ। ਸਰਕਾਰ ਵੱਲੋਂ ਉਹਨਾਂ ਦੀ ਸਪੋਰਟ ਜਿਹੜੀ ਅੱਜ ਜਿਸ ਤਰ੍ਹਾਂ ਦੂਜੇ ਮੁਲਕਾਂ 'ਚ ਪ੍ਰਬੰਧ ਨੇ ਉਹ ਨਹੀਂ ਮਿਲਦੀ। ਇਹ ਹਮੇਸ਼ਾ ਹੀ ਜਿਹੜਾ ਇਹ ਉਲਾਮਾ ਰਹਿੰਦਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਹੁੰਦਾ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ, ਸਮਾਂ ਹੋ ਗਿਆ, ਧੰਨਵਾਦ ਤੁਹਾਡਾ। ਮਿਹਰਬਾਨੀ, ਸ਼ੁਕਰੀਆ।